हेलो एवरीवन, सत श्री अकाल साਰਿਆਂ ਨੂੰ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਇੰਗਲਿਸ਼ ਲਿਟਰੇਚਰ ਦੀ ਬੁੱਕ ਸਪਲੀਮੈਂਟਰੀ ਰੀਡਰ ਤੇ ਉਹਦਾ 5ਵਾਂ ਚੈਪਟਰ ਸਮਝਾਂਗੇ। ਹਾਊ ਮੱਚ ਲੈਂਡ ਡਜ਼ ਅ ਮੈਨ ਨੀਡ, ਵੀ ਆਖਿਰਕਾਰ ਇੱਕ ਇਨਸਾਨ ਨੂੰ ਕਿੰਨੇ ਜ਼ਮੀਨ ਦੀ ਲੋੜ ਹੁੰਦੀ ਆ। ਤੇ ਆਪਾਂ ਦੇਖਦੇ ਹਾਂ ਵੀ ਇਸ ਕਹਾਣੀ ਵਿੱਚ ਕੀ ਦੱਸਿਆ ਗਿਆ ਹੈ। ਇਸ ਕਹਾਣੀ ਵਿੱਚ ਇਹ ਦੱਸਿਆ ਗਿਆ ਹੈ ਵੀ ਕੋਈ ਬੰਦਾ ਜਿੰਨਾ ਮਰਜ਼ੀ ਆਪਣੇ ਆਲੇ ਦੁਆਲੇ ਸਮਾਨ ਇਕੱਠਾ ਕਰ ਲੇ, ਜਿੰਨਾ ਮਰਜ਼ੀ ਹੋੜ ਲਾ ਲੇ ਵੀ ਮੈਨੂੰ ਇਹ ਕਾਰ ਚਾਹੀਦੀ ਹੈ, ਮੈਨੂੰ ਇਹ ਘਰ ਚਾਹੀਦਾ ਹੈ, ਜੋ ਮਰਜ਼ੀ ਸਮਾਨ ਇਕੱਠਾ ਕਰਦਾ ਰਹੇ, ਅੰਤ ਦੇ ਵਿੱਚ ਜਾ ਕੇ ਜਿੰਨਾ ਉਹਦਾ ਸਰੀਰ ਹੈ ਉਨੇ ਫੀਡ ਦੀ ਥਾਂ ਉਹਨੂੰ ਚਾਹੀਦੀ ਹੁੰਦੀ ਹੈ ਦਫਨ ਹੋਣ ਦੇ ਲਈ। ਉਹ ਕੋਈ ਸਮਾਨ ਨਾਲ ਲੈ ਕੇ ਨਹੀਂ ਜਾ ਸਕਦਾ। ठीक है, तो चलो कहानी शुरू करते हैं। एक बार दी गल हैगी है, एक वड्डी सिस्टर जिन्हों आपां एल्डर सिस्टर कहने आ, वो मिलन आई अपनी छोटी सिस्टर नूं जिन्हों इंग्लिश दे विच यंगर सिस्टर कहीदा है। जद ये मिलन आई तो इन्हें दस्सिया भी मेरा जिहड़ा घर वाला हैगा वो एक व्यापारी हैगा, टाउन दे विच आपां रहिंदे आ, वो एक ट्रेड्समैन है, व्यापारी हैगा। ते जिहड़ी छोटी वाली सी इहदा जिहड़ा घर वाला सी वो एक फार्मर कह सकदे हो या तुसीं कह सकदे हो वो एक पीजेंट सीगा ते एक पिंड दे विच रहिंदी सी, विलेज दे विच। तां दोनों भैणां बैठ के चाह पी रहीआं सी, चाह दे गलबात कर रहीआं सी। ते जिहड़ी वड्डी भैण है कहंदी भी साडे बहुत जिंदगी कंफर्टेबल हैगी है, टाउन दे विच वधिया तौर तरीके हैगे ने, कपड़े वधिया हैगे ने, खाण पीण नूं वधिया हैगा, बच्चे ऐश करदे ने, सब कुछ बहुत वधिया। ਇਹ ਸੁਣ ਕੇ ਛੋਟੀ ਵਾਲੀ ਥੋੜੀ ਖਿੱਜੀ ਜਾਂਦੀ ਹੈ ਤੇ ਇਹਨੂੰ ਕਹਿੰਦੀ ਹੈ ਵੀ ਮੈਂ ਆਪਣਾ ਜੀਣ ਦਾ ਸਟਾਈਲ ਨਹੀਂ ਚੇਂਜ ਕਰਾਂਗੀ। ਬੇਸ਼ੱਕ ਸਾਡੇ ਕੋਲ ਜ਼ਿਆਦਾ ਪੈਸਾ ਨਹੀਂ ਹੈ, ਸਾਡੇ ਕੋਲ ਐਸ਼ੋ ਆਰਾਮ ਨਹੀਂ ਹੈਗੇ ਨੇ, ਪਰ ਤੁਹਾਡੀ ਜ਼ਿੰਦਗੀ ਜੇ ਸ਼ਹਿਰ ਵਾਲਿਆਂ ਦੀ ਦੇਖੀਏ ਤਾਂ ਇੱਕ ਝਟਕੇ ਵਿੱਚ ਸਾਰਾ ਪੈਸਾ ਉੜ ਵੀ ਤਾਂ ਸਕਦਾ ਹੈ। ਕੋਈ ਸਿਕਿਉਰਿਟੀ ਥੋੜੀ ਹੈ ਤੁਹਾਡੇ ਕੋਲ। ਤੇ ਤੁਸੀਂ ਤਾਂ ਸੁਣਿਆ ਹੋਣਾ ਵੀ ਲਾਸ ਯਾਨੀ ਨੁਕਸਾਨ ਤੇ ਫਾਇਦਾ ਤੇ ਗੇਨ ਇੱਕੇ ਸਿੱਕੇ ਦੇ ਦੋ ਪਹਿਲੂ ਹੈਗੇ ਨੇ। ਜਦ ਤੁਹਾਨੂੰ ਫਾਇਦਾ ਹੋ ਰਿਹਾ, ਨੁਕਸਾਨ ਵੀ ਤੁਹਾਨੂੰ ਉਨਾ ਹੀ ਹੋਏਗਾ ਨਾ, ਤਾਂ ਉਹਦਾ ਵੀ ਜਿਗਰਾ ਤੁਹਾਡੇ ਕੋਲ ਹੋਣਾ ਚਾਹੀਦਾ। ਤੇ ਇਹ ਛੋਟੀ ਵਾਲੀ ਭੈਣ ਜਦ ਗੱਲ ਕਰ ਰਹੀ ਸੀ ਕਹਿੰਦੀ ਕੋਈ ਗੱਲ ਨਹੀਂ, ਪੈਸਾ ਨਹੀਂ ਹੈ ਪਰ ਜ਼ਿੰਦਗੀ ਆਰਾਮਦਾਇਕ ਹੈਗੀ ਹੈ। ਬੇਸ਼ੱਕ ਮੋਟਾ ਪੈਸਾ ਨਹੀਂ ਹੈ ਪਰ ਇਦਾਂ ਨਹੀਂ ਹੈ ਵੀ ਆਪਾਂ ਭੁੱਖੇ ਸੋਵਾਂਗੇ। ਰਿਚ ਨਹੀਂ ਹੈ, ਅਮੀਰ ਨਹੀਂ ਹੈ, ਪਰ ਇਦਾਂ ਨਹੀਂ ਹੈ ਵੀ ਖਾਣ ਨੂੰ ਕਿਸੇ ਦਿਨ ਇਦਾਂ ਹੋਏਗਾ ਵੀ ਲਾਲੀ ਪੈ ਗਈ ਜੀ, ਕੁਝ ਖਾਣ ਨੂੰ ਨਹੀਂ ਹੈਗਾ। ਤੇ ਹੋਇਆ ਕੀ, ਇੰਨੀ ਦੇਰ ਨੂੰ ਇਹਨਾਂ ਦੋਨਾਂ ਦੀ ਗੱਲ ਖੜਾ ਹੋ ਕੇ ਇੱਕ ਆਦਮੀ ਸੁਣ ਰਿਹਾ ਸੀ। ਠੀਕ ਹੈ, ਤੇ ਉਹ ਆਦਮੀ ਜਿਹੜਾ ਸੀ ਉਹ ਛੋਟੀ ਵਾਲੀ ਦਾ ਘਰ ਵਾਲਾ ਸੀ, ਜੋ ਕਿ ਇੱਕ ਕਿਸਾਨ ਸੀ। ਆ ਲੋ ਕਿਸਾਨ ਦੀ ਟੋਪੀ ਆ ਗਈ। ਇਹ ਕਿਸਾਨ ਸੀ ਤੇ ਇਹਦਾ ਨਾਮ ਸੀ ਪਖੌਮ। ਇਹ ਸਾਰੀ ਗੱਲਬਾਤ ਬੈਠ ਕੇ ਸੁਣ ਰਿਹਾ ਸੀ ਦੋਨਾਂ ਔਰਤਾਂ ਦੀ, ਤੇ ਇਹ ਕਹਿ ਰਿਹਾ ਸੀ ਵੀ ਸੱਚੀ ਗੱਲ ਹੈਗੀ ਹੈ ਵੀ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਹਾਲੀ ਬੰਦੇ ਆ ਰਹੇ ਆ, ਧਰਤੀ ਮਾਂ ਦੀ ਸੇਵਾ ਕਰਦੇ ਆ ਰਹੇ ਆ, ਪਰ ਮੇਰੇ ਆਪਣੇ ਕੋਲ ਤਾਂ ਜ਼ਮੀਨ ਨਹੀਂ ਹੈਗੀ ਹੈ ਨਾ। जेकर मेरे कोल इन्नी सारी जमीन हो जाए तो फिर मैं डेविल यानी शैतान तो भी नहीं डरांगा। दोनों औरतां ने अपनी गलबात खत्म की ते ओह सौण नूं चली गई। गलबात खत्म करके समान समून समेट के ते ये पखौम दे दिमाग दे विच जो चल रही सी खुराफात भी मैं तां जी फिर उस तो बाद शैतान तो भी नहीं डरांगा, ਇਹ ਗੱਲ ਬੈਠੇ ਬੈਠੇ ਜਿਵੇਂ ਕਹਿੰਦੇ ਨਾ ਮੂੰਹ ਤੇ ਸਰਸਵਤੀ ਵਿਰਾਜਮਾਨ ਹੁੰਦੀ ਹੈ, ਇਹ ਗੱਲ ਪਖੌਮ ਦੀ ਸ਼ੈਤਾਨ ਨੇ ਸੁਣ ਲਈ ਤੇ ਉਹ ਕਹਿੰਦਾ ਹੁਣ ਤੈਨੂੰ ਮਜ਼ਾ ਚਖਾਂਦਾ, ਹੁਣ ਤੈਨੂੰ ਸਾਰੀ ਜਿੰਨੀ ਤੈਨੂੰ ਇੱਛਾਵਾਂ ਹੈਗੀਆਂ ਨਾ ਉਹ ਤੈਨੂੰ ਪੂਰੀ ਕਰਕੇ ਮੈਂ ਤੈਨੂੰ ਆਪਣੇ ਕਬਜ਼ੇ 'ਚ ਕਰ ਲਾਂਗਾ। ਵੀ ਤੈਨੂੰ ਮੇਰੇ ਕਬਜ਼ੇ 'ਚ ਆਣਾ ਪਏਗਾ। ਵੀ ਜਿਹੜਾ ਤੂੰ ਕਹਿ ਰਿਹਾ ਨਾ ਵੀ ਮੈਨੂੰ ਡਰ ਨਹੀਂ ਲੱਗਦਾ, ਕੋਈ ਨਾ, ਮੈਂ ਤੈਨੂੰ ਆਪਣੀ ਸ਼ਕਤੀ ਦੇ ਅਧੀਨ ਕਰ ਲਵਾਂਗਾ। ਹੁਣ ਆਂਦਾ ਜੀ ਦੂਜਾ ਸੀਨ 2 ਦੇ ਵਿੱਚ ਕੀ ਹੁੰਦਾ ਹੈ ਵੀ ਪਤਾ ਲੱਗਦਾ ਹੈ ਕਿ ਪਿੰਡ ਦੇ ਵਿੱਚ ਇੱਕ ਔਰਤ ਜਿਹੜੀ ਹੈਗੀ ਹੈ, ਆਲੋ ਦਾ ਜੂੜਾ ਵੀ ਆ ਗਿਆ। ਠੀਕ ਹੈ, ਵਿਲੇਜ ਦੇ ਵਿੱਚ ਇੱਕ ਲੇਡੀ ਸੀ ਜੋ ਇੱਥੇ ਅਮਾਉਂਟ ਲਿਖ ਰਹੀ ਹੈ 300 ਏਕੜ ਜ਼ਮੀਨ ਜਿਹਦੇ ਕੋਲ ਸੀ। ਇੰਨੀ ਏਕੜ ਜ਼ਮੀਨ ਇਸ ਔਰਤ ਕੋਲ ਸੀ ਤੇ ਨਿਊਜ਼ ਇਹ ਮਿਲਦੀ ਹੈ ਵੀ ਇਹ ਸਾਰੀ ਦੀ ਸਾਰੀ ਜ਼ਮੀਨ ਉਹ ਵੇਚਣਾ ਚਾਹੁੰਦੀ ਹੈ, ਸੈਲ ਆਊਟ ਕਰਨਾ ਚਾਹੁੰਦੀ ਹੈ। ਪਖੌਮ ਦਾ ਜਿਹੜਾ ਗਵਾਂਢੀ ਸੀ, ਇਹ ਪਖੌਮ ਹੈ, ਇਹਦਾ ਜਿਹੜਾ ਗਵਾਂਢੀ ਸੀ ਉਹਨੇ ਕੀ ਕੀਤਾ, ਇਹ ਜ਼ਮੀਨ ਜਿਹੜੀ ਹੈਗੀ ਹੈ ਇਹਦੇ ਵਿੱਚੋਂ 50 ਏਕੜ ਖਰੀਦ ਲਈ ਸੀ। ਉਹ 50 ਏਕੜ ਕਿਵੇਂ ਖਰੀਦੀ ਸੀ ਵੀ ਅੱਧਾ ਪੈਸਾ 300 ਮਾਈਨਸ 50 ਨੇਬਰ ਨੇ ਖਰੀਦੀ ਸੀ ਵੀ ਅੱਧਾ ਪੈਸਾ ਤੁਸੀਂ ਹੁਣੇ ਦੇ ਦਿਓ ਹੁਣੇ, ਤੇ ਅੱਧਾ ਪੈਸਾ ਜਿਹੜਾ ਹੈਗਾ ਉਹ ਲੇਟਰ ਪੇ ਕਰ ਦਿਓ, ਕੋਈ ਗੱਲ ਨਹੀਂ। ਤੇ ਪਖੌਮ ਇਹ ਗੱਲ ਸੁਣ ਕੇ ਉਹਦਾ ਜਲ ਬੁੱਕ ਭੁੰਨ ਗਿਆ। ਜਿਵੇਂ ਗਵਾਂਢੀ ਕੁਝ ਵਧੀਆ ਕਰ ਲੈਂਦਾ ਤੇ ਗਵਾਂਢੀ ਜਲ ਜਾਂਦਾ ਹੈ ਨਾ, ਤੇ ਜਲ ਭੁੱਕ ਗਿਆ ਤੇ ਜਾ ਕੇ ਆਪਣੀ ਘਰਵਾਲੀ ਨੂੰ ਕਹਿੰਦਾ ਦੇਖ ਉਹ ਔਰਤ ਜ਼ਮੀਨ ਵੇਚ ਰਹੀ ਹੈ ਤੇ ਸਾਨੂੰ ਘੱਟੋ ਘੱਟ ਇਹਦੇ ਵਿੱਚੋਂ ਹੋਰ ਨਹੀਂ ਤਾਂ 20 ਏਕੜ ਤਾਂ ਖਰੀਦ ਲੈਣੀ ਚਾਹੀਦੀ ਹੈ ਯਾਰ।
ऐदा ना कर भी कोई इंतजाम करते हैं। तो दोनों ने दिमाग अपने लाए, पखौम ते ओदी घरवाली ने, ठीक है, ये पखौम है ते ये ओदी घरवाली, दोनों ने अपने सिर जोड़े, अपना दिमाग लाया ते उन्होंने की किया, एक छोटा जिहा घोड़े का बच्चा सी वो बेच दिता, हनी बीज जिहड़ी सी मधुमक्खियां वो बेच दित्तियां, ठीक है, कोल्ड कहीदा घोड़े के बच्चे नूं। इस तो इलावा अपना एक छोटा जिहड़ा बच्चा सी, एक मुंडा सी, ओनू दिहाड़ी ते लाता ते ओदी जिहड़ी पेमेंट सी वो पहला ही ले ली, एडवांस तो ले ली। ते चौथा कित्थों पैसा लिया, अपने जीजे तो, जिन्हों आप अंग्रेजी च कहते हैं ब्रदर इन लॉ तो कुछ ब्याज ते पैसा भी चक लिया, सारा पैसा इकट्ठा कर लिया ते जाके जमीन ले ली। पखौम ने कहा सी 20 एकड़ ले लेंदे पर एक्चुअली उन्हें किन्नी जमीन ली, उन्हें कहा भी 20 एकड़ नाल मेरा काम नहीं चलना, मैं 20 दी थां ते उन्हें 40 एकड़ जमीन ले ली, अपनी पसंद दी जमीन उस लेडी दे लैंड दे विचों भी, ये 40 एकड़ मेरे हैगे ने। ते उतो हार्ड बारगेन किया, जिवें आपां कहंदे ना भी समान कोई लैण जाइए ते बंदा कहंदा 10 रुपए उत्ते, असीं कहंदे 10 रुपए घट करो, ये सब कुछ चल रहा सी। ते उन्हें की किया, फिर जब हो गया बारगेन भी 40 एकड़ आपां खरीदनी है जिथे पेड़ दरखत लगे हुए ने, उस तो बाद उन्होंने एक अग्रीमेंट साइन किया, एक पेपर साइन किया एवें करके, जिहदे विच ये लिखिया होया सी, शहर जाके पेपर जब तैयार किया भी अद्धी प्राइस दी, अद्धी रकम हुणे पे की जा रही है ते अद्धी जिहड़ी हैगी है 2 साल दे अंदर अंदर, याद रखियो 40 एकड़ दी जिहड़ी जमीन है, अद्धी पेमेंट हुण होएगी, अद्धी पेमेंट 2 साल दे अंदर अंदर, बाद नहीं अंदर अंदर की जाएगी। हुण कहानी ये बन गई जी, इस बंदे कोल, पखौम कोल अपना एक लैंड का हिस्सा आ गया, ठीक है, ते हुण उन्हें वधिया हारवेस्ट कीता ते बड़ा वधिया उहदे विचों फसल निकली, जद उपजाऊ हुई फसल बहुत वधिया हुई, इन्नी वधिया हुई कि जिहड़ा पैसे उन्हें लेडी नूं देने सी, लैंड ओनर नूं, एस्टेट दी ओनर नूं, ओने वो भी मुका दिते, पैसे दे दिते ते ब्रदर इन लॉ नूं जो जिहड़ा ब्याज देना सी वो भी उन्हें पे कर दिता ते बहुत वधिया उन्हें अपना, मतलब आपां ये कह सकते हैं दरखत लाए, इहदे ते ही अपनी भेड़ बकरियां सारियां चरानियां शुरू करतियां, पैस्चर रखिया, बहुत वधिया जिंदगी जी रहा सी, कर्ज कुर्ज सारा हट गया सी। हुण अगे की हुंदा है, तीजा सीन आ जांदा है। तीसरे सीन दे विच इह हुंदा है भी पखौम अपने घरे बैठा सी, आ उहदा घर है, मान लो वधिया कर रहा सी अपने जिंदगी दे विच, ते ओह एक दिन घरे बैठा सी ते उत्थों एक किसान लंघ रहा सी घर दे सामने, ते उहने उहनूं हाक मारी ते रात दा टाइम सी, किसान उहदे घर रुक गया, उहनूं खाना दिता गया, पुछया गया भी तू कित्थों आया, ते ये किसान जिहड़ा सी, ये जिहड़ा पीजेंट सी, अंग्रेजी च पीजेंट कहंदे, ये कहंदा है भी एक थां हैगी है वोल्गा, ओहदे भी परों तै, मतलब बहुत ज्यादा परे जाके मैं आ रहा उत्थे काम करदा। ते गलबात हुंदी रही ते इस बंदे ने पखौम नूं ये दस्सिया भी वोल्गा तो परे एक थां हैगी है जिथे जे तुसी राई बीजो ना तां इन्नी वड्डी हो जांदी है, घोड़े वर्गी वड्डी, ते इन्नी मोटी हैगी है भी जे तुसी दाती नाल 5 राई दे ਜਿਹੜੇ ਪਲਾਂਟਸ ਹੈਗੇ ਨੇ ਉਹ ਕੱਟੋਗੇ ਤਾਂ ਇੱਕ ਗਠਰੀ ਜੀ ਬਣ ਜਾਂਦੀ ਹੈ ਉਹਦੀ, ਮਤਲਬ ਬਹੁਤ ਵਧੀਆ। ਕਹਿੰਦਾ ਮੈਂ ਤੁਹਾਨੂੰ ਦੱਸਣਾ ਪਖੌਮ ਜੀ ਵੀ ਇੱਕ ਵਾਰ ਦੀ ਗੱਲ ਹੈਗੀ ਹੈ ਵੀ ਇੱਕ ਗਰੀਬ ਬੰਦਾ ਆਇਆ, ਉਹਦੇ ਕੋਲ ਸਿਰਫ ਆਪਣੇ ਹੱਥ ਸੀ ਕੰਮ ਕਰਨ ਲਈ, ਹੋਰ ਕੋਈ ਪੈਸਾ ਢੇਲਾ ਨਹੀਂ ਸੀ, ਉਹ ਆਇਆ ਤੇ ਅੱਜ ਦੀ ਡੇਟ ਦੇ ਵਿੱਚ ਉਹਦੇ ਕੋਲ 6 ਘੋੜੇ ਨੇ ਆਪਣੇ, ठीक है, 6 ਘੋੜੇ ਹੈਗੇ ਨੇ ਤੇ 2 ਗਾਵਾਂ ਹੈਗੀਆਂ ਆਪਣੀਆਂ ਵੀ, ਇੰਨੀ ਉਪਜਾਊ ਹੈਗੀ ਉਹ ਧਰਤੀ। ਹੁਣੇ ਪਖੌਮ ਦਾ ਤਾਂ ਮਤਲਬ ਦਿਲ ਪਸੀਜ ਗਿਆ, ਇਹ ਕਹਿੰਦਾ ਹੈ मैं इत्थे क्यों, जिथे मैं इन्नी मेहनत कर रहा, इन्नी लेबर कर रहा, इन्नी मतलब दिलों जान ला रहा, फिर मैं इत्थे क्यों रुका, मैं तो ये सारा कुछ वेच के मैं दोबारा तो शुरुआत करांगा, मैं वो थां ते जावांगा जिस थां दी ये जिहड़ा किसान हैगा गल कर रहा, कहना पर मैं आप जाके पहला उस थां ते देख के आंदा भी फसल वगैरह देखण नूं चीज किही जी है। ते फिर जद उन्हें सोच लिया, सारी जानकारी ले ली उस पीजेंट तो, ਤਾਂ ਜਦ ਸਮਰ ਆਈ, ਕਹਿਣ ਦਾ ਮਤਲਬ ਜਦ ਗਰਮੀ ਦਾ ਮੌਸਮ ਆਇਆ, ਉਹ ਆਪਣੇ ਘਰ ਤੋਂ ਨਿਕਲਿਆ, ਵੋਲਗਾ ਵੱਲ ਦੀ ਹੁੰਦਾ ਹੋਇਆ ਉਹ ਥਾਂ ਤੇ ਪਹੁੰਚ ਗਿਆ ਜਿੱਥੇ ਇਸ ਕਿਸਾਨ ਨੇ ਦੱਸਿਆ ਸੀ ਜੀ ਬੜੀ ਉਪਜਾਊ ਜ਼ਮੀਨ ਹੈਗੀ। ਵੋਲਗਾ ਤੋਂ ਅੱਗੇ ਗਿਆ, ਇੱਕ ਕਿਸ਼ਤੀ ਤੇ ਤੁਸੀਂ ਕਹਿ ਸਕਦੇ ਹੋ ਕਸ਼ਤੀ ਤੇ ਸਮਾਰਾ ਤੱਕ ਪਹੁੰਚਿਆ, ਫਿਰ ਉਸ ਤੋਂ ਬਾਅਦ ਉਹ ਪੈਦਲ ਚੱਲਿਆ ਘੱਟੋ ਘੱਟ 300 ਮਾਈਲਸ, ਉਹ ਪੈਦਲ ਤੁਰਿਆ ਆਪਣੇ ਪੈਰਾਂ ਤੇ, ਠੀਕ ਹੈ, ਤੇ ਫਿਰ ਜਾ ਕੇ ਉਸ ਥਾਂ ਤੇ ਪਹੁੰਚਿਆ।
ਹੁਣ ਤੁਸੀਂ ਇਹ ਸੋਚੋ 300 ਮਾਈਲ ਪੈਦਲ ਜਾ ਕੇ ਉਹ ਉੱਥੇ ਪਹੁੰਚਿਆ ਤੇ ਉਹ ਤਾਂ ਉੱਥੇ ਮਤਲਬ ਦੇਖ ਕੇ ਹੈਰਾਨ ਹੋ ਗਿਆ ਵੀ ਇੰਨੀ ਜ਼ਿਆਦਾ ਜ਼ਮੀਨ ਸੀਗੀ ਹਰੇਕ ਕਿਸਾਨ ਕੋਲ ਇਸ ਥਾਂ ਤੇ ਜਿਹਦੇ ਕੋਲ ਪੈਸਾ ਸੀਗਾ ਉੱਥੇ ਵੈਸੇ ਜਿੰਨਾ ਹੈਗਾ ਨਾ ਰੂਬਲ ਚੱਲਦਾ ਰਸ਼ੀਆ ਦੇ ਵਿੱਚ ਇਹ ਕਹਾਣੀ ਹੈਗੀ ਹੈ ਤੇ ਕੋਈ ਵੀ ਬੰਦਾ ਜ਼ਮੀਨ ਖਰੀਦ ਸਕਦਾ ਸੀ 1 ਏਕੜ ਦੀ ਜਿਹੜੀ ਜ਼ਮੀਨ ਸੀ ਉਹ ਸੀ 2 ਸ਼ਿਲਿੰਗਸ ਅਮਾਉਂਟ ਯਾਦ ਰੱਖਿਓ ਇਹ ਜ਼ਰੂਰੀ ਹੈਗਾ ਵੀ ਇਸ ਥਾਂ ਤੇ ਵੋਲਗਾ ਦੇ ਅੱਗੇ ਜਾ ਕੇ ਜਿਹੜੀ ਅਮਾਉਂਟ ਸੀ ਉਹ ਸੀ 1 ਏਕੜ ਲਈ ਤੁਸੀਂ 2 ਸ਼ਿਲਿੰਗਸ ਪੇ ਕਰ ਦਿਓ ਤੇ ਇਹ ਸਭ ਕੁਝ ਦੇਖ ਕੇ ਪਖੌਮ ਵਾਪਸ ਆਪਣੇ ਘਰ ਵੱਲ ਨੂੰ ਆ ਗਿਆ ਇਦਾਂ ਕਰਕੇ ਵੀ ਹਾਂ ਵਧੀਆ ਜ਼ਮੀਨ ਹੈ ਸਸਤੀ ਮਿਲ ਰਹੀ ਹੈ ਤੇ ਉਸ ਤੋਂ ਬਾਅਦ ਘਰ ਆ ਕੇ ਦੇਖੋ ਗਰਮੀ ਵਿੱਚ ਗਿਆ ਸੀ ਗਰਮੀ ਤੋਂ ਬਾਅਦ ਤੁਸੀਂ ਇਹ ਕਹਿ ਸਕਦੇ ਹੋ ਵੀ ਆਪਾਂ ਕਹਿ ਸਕਦੇ ਆ ਆਟਮ ਆ ਜਾਂਦੀ ਹੈ ਠੀਕ ਹੈ ਪਤਝੜ ਆ ਜਾਂਦਾ ਫਿਰ ਆਂਦੀ ਹੈ ਵਿੰਟਰ ਜਿਵੇਂ ਇੰਡੀਆ ਦੀ ਗੱਲ ਕੀਤੀ ਜਾਏ ਫਿਰ ਆਂਦੀ ਹੈ ਸਪ੍ਰਿੰਗ ਜਦ ਨਵੇਂ ਪੱਤੇ ਆਉਂਦੇ ਨੇ ਤੇ ਉਹਨੇ ਕੀ ਕੀਤਾ ਜਦ ਉਹ ਘਰ ਵਾਪਸ ਆਇਆ ਉਸ ਤੋਂ ਬਾਅਦ ਆਟਮ ਦਾ ਮਹੀਨਾ ਆ ਗਿਆ ਪੱਤੇ ਝੜ ਗਏ ਉਹਨੇ ਆਪਣਾ ਸਾਰਾ ਦਾ ਸਾਰਾ ਸਮਾਨ ਸਾਰਾ ਕੁਝ ਘਰ ਹੋ ਗਿਆ ਭੇਡ ਬੱਕਰੀਆਂ ਹੋ ਗਈਆਂ ਸਭ ਕੁਝ ਮੁਨਾਫੇ ਤੇ ਵੇਚ ਦਿੱਤਾ ਤੇ ਫਿਰ ਉਹਨੇ ਸਪ੍ਰਿੰਗ ਦਾ ਵੇਟ ਕੀਤਾ ਜਦ ਵਧੀਆ ਮੌਸਮ ਹੋਏ ਤੇ ਆਪਣੇ ਸਾਰੇ ਸਮਾਨ ਨੂੰ ਲੈ ਕੇ ਆਪਣੇ ਘਰਦਿਆਂ ਨਾਲ ਉਹ ਵਾਪਸ ਉਸੇ ਥਾਂ ਪਹੁੰਚ ਗਿਆ ਹੁਣ ਅੱਗੇ ਕੀ ਹੁੰਦਾ ਹੁਣ ਸ਼ੁਰੂ ਹੁੰਦਾ ਜੀ ਕਹਾਣੀ ਦਾ ਚੌਥਾ ਹਿੱਸਾ ਹੁਣ ਪਖੌਮ ਆਪਣੇ ਘਰਦਿਆਂ ਨਾਲ ਆਪਣੇ ਬੱਚਿਆਂ ਨਾਲ ਆਪਣੀ ਘਰਵਾਲੀ ਨਾਲ ਇੱਕ ਨਵੀਂ ਥਾਂ ਤੇ ਵੋਲਗਾ ਦੇ ਅੱਗੇ ਜਾ ਕੇ ਜਿਹੜੀ ਥਾਂ ਸੀ ਉੱਥੇ ਜਾ ਕੇ ਸੈਟਲ ਹੋ ਜਾਂਦਾ ਹੈ ਉੱਥੇ ਘਰ ਬਣਾਉਂਦਾ ਹੈ ਆਪਣਾ ਬਿਲਡਿੰਗਸ ਬਣਾਉਂਦਾ ਹੈ ਇਮਾਰਤਾਂ ਬਣਾਉਂਦਾ ਹੈ ਭੇਡ ਬੱਕਰੀਆਂ ਰੱਖਦਾ ਹੈ ਜਿੰਨੇ ਦੀ ਲੋੜ ਹੈਗੀ ਹੁਣ ਜਦੋਂ ਉੱਥੇ ਪਹੁੰਚ ਗਿਆ ਤਾਂ ਉਹਨੇ ਉੱਥੇ ਬਿਲਡਿੰਗਾਂ ਘਰ ਆਪਣੇ ਬਣਾ ਲਏ ਵਧੀਆ ਭੇਡ ਬੱਕਰੀਆਂ ਵੀ ਰੱਖ ਲਈਆਂ ਤੇ ਉਹਦੇ ਕੋਲ ਜਿਹੜੀ ਜ਼ਮੀਨ ਸੀ ਪਹਿਲਾਂ ਨਾਲੋਂ 3 ਗੁਣਾ ਜ਼ਿਆਦਾ ਸੀ ਤੇ ਇਹ ਜਿਹੜਾ ਜ਼ਮੀਨ ਉਹਨੇ ਖਰੀਦੀ ਸੀ ਇੱਥੇ ਵਧੀਆ ਮੱਕੀ ਦੀ ਫਸਲ ਜਿਹੜੀ ਹੁੰਦੀ ਹੈ ਕੌਰਨ ਦੀ ਫਸਲ ਉਹ ਉਗਦੀ ਸੀ ਤਾਂ ਤੁਸੀਂ ਇਹ ਕਹਿ ਸਕਦੇ ਹੋ 3 ਗੁਣਾ ਜ਼ਮੀਨ ਜ਼ਿਆਦਾ ਲੈ ਕੇ ਉਹ 10 ਗੁਣਾ ਜ਼ਿਆਦਾ ਮਤਲਬ ਬਿਹਤਰ ਜ਼ਿੰਦਗੀ ਜੀ ਰਿਹਾ ਸੀ ਆਪਣੀ ਪਹਿਲਾਂ ਨਾਲੋਂ ਜ਼ਿਆਦਾ ਜ਼ਮੀਨ ਜ਼ਿਆਦਾ ਭੇਡ ਬੱਕਰੀਆਂ ਜਿਵੇਂ ਉਹਨੂੰ ਪਸੰਦ ਸੀ ਉਹ ਨਹੀਂ ਰੱਖ ਸਕਦਾ ਸੀ ਉਹ ਖੁਸ਼ ਸੀ ਇਸ ਸਭ ਨਾਲ ਪਰ ਜਦੋਂ ਯੂਜ਼ ਟੂ ਹੋ ਗਿਆ ਫਿਰ ਉਹਨੇ ਸੋਚਿਆ ਕਿ ਨਹੀਂ ਮੈਨੂੰ ਹੋਰ ਚਾਹੀਦਾ ਜਿਵੇਂ ਸਾਨੂੰ ਲਾਲਚ ਆ ਜਾਂਦਾ ਫਰਸਟ ਈਅਰ ਪਹਿਲੇ ਸਾਲ ਉਹਨੇ ਉਹਦੇ ਉੱਤੇ ਜ਼ਮੀਨ ਦੇ ਉੱਤੇ ਕਣਕ ਬੀਜੀ ਜਿਹਨੂੰ ਆਪਾਂ ਅੰਗਰੇਜ਼ੀ ਚ ਵੀਟ ਕਹੀਦਾ ਵਧੀਆ ਫਸਲ ਹੋਈ ਤੇ ਇੱਕ ਟਾਈਮ ਇਦਾਂ ਦਾ ਆ ਗਿਆ ਵੀ ਉਹਨੂੰ ਦੇਖ ਕੇ ਜਲਣ ਲੱਗ ਪਿਆ ਆਪਣੇ ਨਾਲ ਦੇ ਕਿਸਾਨਾਂ ਤੋਂ ਵੀ ਇਹਨਾਂ ਕੋਲ ਸੈਪਰੇਟ ਉਗਾਉਣ ਦਾ ਖੇਤੀਬਾੜੀ ਕਰਨ ਦਾ ਤਰੀਕਾ ਹੈ ਅਲੱਗ ਤਰੀਕੇ ਨਾਲ ਜਿੰਦੇ ਨੇ ਤੇ ਉਹ ਕਹਿੰਦਾ ਵੀ ਮੈਂ ਵੀ ਜੇ ਥੋੜੀ ਜਿਹੀ ਹੋਰ ਜ਼ਮੀਨ ਲੈ ਲਾਂ ਤਾਂ ਚੀਜ਼ਾਂ ਬਦਲ ਜਾਣਗੀਆਂ ਤੇ ਹੁਣ ਉਹਦੇ ਦਿਮਾਗ 'ਚ ਬਾਰ-ਬਾਰ ਇਹ ਸਵਾਲ ਆ ਰਿਹਾ ਸੀ ਵੀ ਮੈਂ ਹੋਰ ਜ਼ਮੀਨ ਕਿਵੇਂ ਲਵਾਂ ਮਤਲਬ ਉਹਦੀ ਭੁੱਖ ਜਿਹੜੀ ਸੀ ਉਹ ਮੁੱਕ ਨਹੀਂ ਰਹੀ ਸੀ ਤੇ ਉਹ ਲੱਭਣ ਲੱਗ ਗਿਆ ਵੀ ਹੋਰ ਜ਼ਮੀਨ ਕਿੱਥੋਂ ਮਿਲੂਗੀ ਤੇ ਫਿਰ ਇਹਦੀ ਮੁਲਾਕਾਤ ਹੋਈ ਇਸ ਕਿਸਾਨ ਦੇ ਨਾਲ ਇਸ ਪੀਜ਼ੈਂਟ ਦੇ ਨਾਲ ਜਿਹਦੇ ਕੋਲ ਧਿਆਨ ਨਾਲ ਸੁਣਿਓ 1300 ਏਕੜ ਮੈਂ ਦੁਬਾਰਾ ਬੋਲ ਰਹੀ ਹਾਂ 1300 ਏਕੜ ਜ਼ਮੀਨ ਸੀ ਤੇ ਇਹ ਜਿਹੜੀ ਜ਼ਮੀਨ ਸੀ ਇਹ ਕਿਸਾਨ ਇਹ ਵੇਚਣਾ ਚਾਹੁੰਦਾ ਸੀ ਬੜੇ ਸਸਤੇ ਦਾਮ ਤੇ ਕਿਉਂਕਿ ਇਹ ਮੁਸੀਬਤ ਦੇ ਵਿੱਚ ਪੈ ਗਿਆ ਸੀ ਤੇ ਪਖੌਮ ਨੇ ਫਾਇਦਾ ਚੱਕਿਆ ਇਹਦੇ ਨਾਲ ਬਾਰਗੇਨ ਕੀਤਾ ਨਹੀਂ ਇੰਨੇ ਦੀ ਤੇ ਇਹਨੇ ਮੰਨ ਲਿਆ ਵੀ ਠੀਕ ਹੈ 1500 ਧਿਆਨ ਨਾਲ ਰੂਬਲਸ ਦੇ ਵਿੱਚ ਕੁਝ ਕੈਸ਼ ਦੇ ਵਿੱਚ ਦਵਾਂਗਾ ਕੁਝ ਪੈਸਾ ਵਾਪਸ ਬਾਅਦ ਦੇ ਵਿੱਚ ਦੇ ਦਾਂਗਾ ਅੱਧਾ ਮਤਲਬ ਜਿਵੇਂ ਆਪਾਂ ਕਹਿ ਸਕਦੇ ਹਾਂ ਕੈਸ਼ ਦੇ ਵਿੱਚ ਤੇ ਬਾਕੀ ਮੈਂ ਤੈਨੂੰ ਬਾਅਦ ਚ ਦੇ ਦਾਂਗਾ ਇਦਾਂ ਦਾ ਐਗਰੀਮੈਂਟ ਹੋਇਆ ਤੇ ਜਦ ਫਾਈਨਲ ਸਟੇਜ ਤੇ ਐਗਰੀਮੈਂਟ ਪਹੁੰਚ ਗਿਆ ਅਖੀਰਲੀ ਟਾਈਮ ਤੇ ਪਖੌਮ ਨੇ ਆਪਣਾ ਮਨ ਬਦਲ ਲਿਆ ਹੁਣ ਕੀ ਹੋਇਆ ਪਖੌਮ ਕੋਲ ਇੱਕ ਵਾਰ ਦੀ ਗੱਲ ਹੈ ਇੱਕ ਵਪਾਰੀ ਪਾਸ ਕਰ ਰਿਹਾ ਸੀ ਉਹਦੇ ਘਰ ਦੇ ਅੱਗੋਂ ਐਵੇਂ ਕਰਕੇ ਅਜੇ ਇੱਥੇ ਡੀਲ ਚੱਲ ਰਹੀ ਹੈ ਧਿਆਨ ਨਾਲ ਸੁਣਿਓ ਇਹ ਬੰਦਾ ਜਾ ਰਿਹਾ ਠੀਕ ਹੈ ਤੇ ਇਹਨੂੰ ਰੁਕਣਾ ਪੈ ਗਿਆ ਕਿਉਂਕਿ ਇਹਦੇ ਨਾਲ ਜਿਹੜਾ ਘੋੜਾ ਸੀ ਇਹਨੇ ਉਹਨੂੰ ਚਾਰਾ ਖਵਾਉਣਾ ਸੀ ਤੇ ਇਹਦੀ ਮੁਲਾਕਾਤ ਹੋਈ ਪਖੌਮ ਦੇ ਨਾਲ ਇਹਨਾਂ ਨੇ ਦੋਵਾਂ ਨੇ ਬੈਠ ਕੇ ਚਾਹ ਪੀਤੀ ਤੇ ਗੱਲਬਾਤ ਕੀਤੀ ਇਸ ਡੀਲਰ ਦੇ ਨਾਲ ਅਜੇ ਇੱਥੇ ਗੱਲਬਾਤ ਚੱਲ ਰਹੀ ਹੈ ਤੇ ਇਸ ਵਪਾਰੀ ਨੇ ਇਸ ਡੀਲਰ ਨੇ ਦੱਸਿਆ ਵੀ ਹੁਣੇ ਉਹ ਇੱਕ ਦੂਰ ਦੇ ਏਰੀਆ ਤੋਂ ਆ ਰਿਹਾ ਜਿੱਥੇ ਬਸ਼ਕੀਰਸ ਰਹਿੰਦੇ ਨੇ ਬਹੁਤ ਦੂਰ ਹੈਗਾ ਤੇ ਉਹਨਾਂ ਕੋਲ ਬਹੁਤ ਜ਼ਿਆਦਾ ਜ਼ਮੀਨ ਹੈਗੀ ਹੈ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਉੱਥੋਂ ਇਸ ਬੰਦੇ ਨੇ ਆਪ 13,000 ਏਕੜ ਇੱਥੇ 1300 ਸੀ ਸੌਰੀ ਇੱਥੇ 10 ਹੋਰ ਲਾ ਲਓ 13,000 ਏਕੜ ਦੀ ਜਿਹੜੀ ਜ਼ਮੀਨ ਹੈਗੀ ਹੈ ਉਹ ਬਸ 1000 ਰੂਬਲਸ ਦੇ ਵਿੱਚ ਖਰੀਦੀ ਹੁਣ ਆ ਦੇਖੋ ਇੱਥੇ 1300 ਸੀ 1500 ਵਿੱਚ ਮਿਲ ਰਹੀ ਸੀ ਇਸ ਬੰਦੇ ਤੋਂ
ਅੱਗੇ ਜਾ ਕੇ ਬਖਸ਼ੀਸ਼ ਦੇ ਏਰੀਆ ਤੋਂ ਉਹਨੂੰ 13,000 ਏਕੜ ਦੇ ਜਿਹੜਾ ਜ਼ਮੀਨ ਸੀ ਉਹ ਮਤਲਬ 13,000 ਏਕੜ 1000 ਰੂਬਲ ਦੇ ਵਿੱਚ ਮਿਲ ਰਹੀ ਸੀ। ਤੇ ਪਖੌਮ ਕਹਿੰਦਾ ਇਹਨੂੰ ਤਾਂ ਚੱਕੋ, ਇਹ ਤਾਂ ਆਊਟ ਹੋ ਗਿਆ ਪਿਕਚਰ ਦੇ ਵਿੱਚੋਂ, ਤੂੰ ਦੱਸ ਮੈਨੂੰ ਗੱਲਬਾਤ। ਤੇ ਹੋਰ ਸਵਾਲ ਪੁੱਛੇ ਤੇ ਇਸ ਬੰਦੇ ਨੇ ਦੱਸਿਆ ਵੀ ਇੱਥੇ ਜਿਹੜਾ ਮੁਖੀਆ ਹੈਗਾ ਬਖਸ਼ੀਸ਼ ਦਾ, ਉਹਨਾਂ ਲਈ ਮੈਂ ਮਲਮਲ ਦੇ ਰੱਸੇ ਲੈ ਗਿਆ ਸੀ, ਦਰੀਆਂ ਲੈ ਗਿਆ ਸੀ, ਚਾਹ ਦੇ ਕੇਸ ਲੈ ਗਿਆ ਸੀ, ਕੁਝ ਉਹਨਾਂ ਦੇ ਪੀਣ ਲਈ ਲੈ ਗਿਆ ਸੀ, ਵਾਈਨ ਜਿਹਨੂੰ ਆਪਾਂ ਸ਼ਰਾਬ ਕਹੀਦਾ। ਤੇ ਇਸ ਤਰੀਕੇ ਨਾਲ ਮੈਂ ਉਹਨਾਂ ਨੂੰ ਖੁਸ਼ ਕੀਤਾ ਤੇ ਬਦਲੇ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਵੀ ਨਾ ਮਾਤਰ ਪੈਸੇ ਦੇ ਕੇ ਮੈਨੂੰ ਬਹੁਤ ਵਧੀਆ ਜ਼ਮੀਨ ਮਿਲ ਗਈ। ਤੇ ਕਹਿੰਦਾ ਅੱਛਾ। ਤੇ ਜਦ ਪਖੌਮ ਨੇ ਉਹਦੀ ਜਿਹੜੀ ਜ਼ਮੀਨ ਦੇ ਕਾਗਜ਼ ਸੀ ਉਹ ਪੜ੍ਹੇ ਤੇ ਉਹ ਤਾਂ ਅੱਖਾਂ ਉਹਦੀਆਂ ਬਾਹਰ ਨਿਕਲ ਆਈਆਂ। ਉਹ ਜਿਹੜੀ ਜ਼ਮੀਨ ਇਸ ਬੰਦੇ ਨੇ ਖਰੀਦੀ ਸੀ ਉਹ ਇੱਕ ਨਦੀ ਦੇ ਬਿਲਕੁਲ ਕੋਲ ਸੀ ਜ਼ਮੀਨ, ਤੇ ਇੰਨੀ ਸਸਤੀ, ਕਿਉਂਕਿ ਨਦੀ ਤਾਂ ਚਾਹੀਦੀ ਹੁੰਦੀ ਹੈ, ਪਾਣੀ ਚਾਹੀਦਾ ਹੁੰਦਾ ਹੈ ਖੇਤੀਬਾੜੀ ਕਰਨ ਲਈ। ਤੇ ਪਖੌਮ ਨੇ ਉਹਦੇ ਤੋਂ ਹੋਰ ਸਵਾਲ ਪੁੱਛੇ, ਅੱਛਾ ਜੇ ਹੋਰ ਲੈਣੀ ਹੈ, ਤੁਸੀਂ ਹੋਰ ਲੈਣਾ ਹੈ, ਜ਼ਮੀਨ ਲੈਣੀ ਹੈ, ਤੁਸੀਂ ਲੈ ਸਕਦੇ ਹੋ? ਕਹਿੰਦਾ ਹਾਂ। ਤੇ ਕਹਿੰਦਾ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਉੱਥੇ ਬਖਸ਼ੀਸ਼ ਦੇ ਨਾਮ ਤੇ ਹੈਗੀ ਹੈ, ਬਹੁਤ ਜ਼ਮੀਨ ਹੈਗੀ ਹੈ। ਉਹ ਬੜੇ ਸਿੰਪਲ ਜਿਹੇ ਲੋਕ ਹੈਗੇ ਨੇ, ਜਿਵੇਂ ਭੇਡ ਬੱਕਰੀਆਂ ਹੁੰਦੀਆਂ ਨਾ, ਸਾਊ ਜੀ ਗਾਓ, ਉਹਦੇ ਵਰਗੇ ਲੋਕ ਹੈਗੇ ਨੇ। ਪਖੌਮ ਕਹਿੰਦਾ ਅੱਛਾ ਹੋਰ ਜ਼ਮੀਨ ਹੈਗੀ ਹੈ ਉੱਥੇ? ਉਹ ਕਹਿੰਦਾ ਹਾਂ ਹਾਂ ਬਹੁਤ ਸਾਰੀ ਜ਼ਮੀਨ ਹੈਗੀ ਹੈ। ਕਹਿੰਦਾ 1000 ਰੂਬਲ ਦੇ ਵਿੱਚ ਤੁਹਾਨੂੰ ਵੀ 1300 ਏਕੜ ਮਿਲ ਜਾਏਗੀ। ਤੇ ਕਹਿੰਦਾ ਅੱਛਾ ਇਹਦੇ ਨਾਲ ਤਾਂ ਬਹੁਤ ਵਧੀਆ ਹੋ ਜਾਏਗਾ, ਵੀ ਮੇਰੇ ਸਾਰੇ ਕਰਜ਼ੇ ਕੁਰਜ਼ੇ ਵੀ ਉਤਰ ਜਾਣਗੇ, ਮੈਂ ਆਪਣੇ ਆਪ ਸਭ ਕੁਝ ਕਰ ਲਾਂਗਾ। ਤੇ ਕਹਿੰਦਾ ਮੈਂ ਤਾਂ ਹੋਰ ਜ਼ਿਆਦਾ ਪੈਸਾ ਬਣਾ ਲਾਂਗਾ ਜੇ ਮੈਂ ਬਖਸ਼ੀਸ਼ ਦੇ ਏਰੀਆ 'ਚ ਜਾ ਕੇ ਜ਼ਮੀਨ ਖਰੀਦ ਲੈਂਦਾ। ਹੁਣ ਆ ਜਾਂਦਾ ਹੈ ਜੀ 5ਵਾਂ ਅਧਿਆਇ। ਚਲੋ ਇਹ ਦੇਖਦੇ ਆ ਕੀ ਹੁੰਦਾ। ਕਿਉਂਕਿ ਪਖੌਮ ਚਾਹੁੰਦਾ ਸੀ ਵੀ ਉਹ ਬਖਸ਼ੀਸ਼ ਦੇ ਏਰੀਆ 'ਚ ਜਾਏ, ਤਾਂ ਉਹਨੇ ਕੀ ਕੀਤਾ, ਆਪਣੀ ਘਰਵਾਲੀ ਨੂੰ ਆਪਣੇ ਬੱਚਿਆਂ ਦੀ ਦੇਖਭਾਲ, ਆਪਣੇ ਘਰ ਦੀ ਦੇਖਭਾਲ ਕਰਨ ਲਈ ਛੱਡ ਦਿੱਤਾ ਤੇ ਆਪਣੀ ਜਿਹੜੀ ਯਾਤਰਾ ਹੈ ਉਹ ਸ਼ੁਰੂ ਕਰ ਦਿੱਤੀ ਉਸ ਵਪਾਰੀ ਨੂੰ ਲੈ ਕੇ, ਜਿਹਨੇ ਉਹਨੂੰ ਦੱਸਿਆ ਸੀ ਬਖਸ਼ੀਸ਼ ਦਾ ਇੱਕ ਇਲਾਕਾ ਹੈਗਾ। ਰਸਤੇ ਵਿੱਚ ਜਾਂਦੇ ਰਹੇ ਤੇ ਘੱਟੋ ਘੱਟ ਤੁਸੀਂ ਇਹ ਕਹਿ ਸਕਦੇ ਹੋ ਵੀ 300 ਮਾਈਲਸ ਤੋਂ ਵੀ ਜ਼ਿਆਦਾ, ਮੋਰ ਦੈਨ ਇੱਥੇ ਆਏਗਾ 300 ਮਾਈਲਸ ਤੋਂ ਵੀ ਜ਼ਿਆਦਾ ਉਹਨੇ ਰਸਤਾ ਕਵਰ ਕੀਤਾ। ਤੇ 7th ਡੇ 7ਵੇਂ ਦਿਨ ਜਾ ਕੇ ਉਹ ਬਖਸ਼ੀਸ਼ ਦੇ ਮਤਲਬ ਜਿੱਥੇ ਉਹਨਾਂ ਨੇ ਟੈਂਟ ਗਾੜੇ ਹੋਏ ਸੀ ਉੱਥੇ ਪਹੁੰਚਿਆ। 7ਵੇਂ ਦਿਨ ਯਾਦ ਰੱਖਿਓ। ਤੇ ਉੱਥੇ ਜਾ ਕੇ ਵਪਾਰੀ ਨੇ ਉਹਨਾਂ ਨੂੰ ਦੱਸਿਆ ਵੀ ਇਹ ਸਾਰਾ ਇਲਾਕਾ ਇਹਨਾਂ ਦਾ ਹੈ। ਤੇ ਜਦੋਂ ਪਖੌਮ ਜਿਹੜਾ ਹੈਗਾ ਉਹ ਇਸ ਇਲਾਕੇ ਵਿੱਚ ਪਹੁੰਚਿਆ ਜਿੱਥੇ ਬਖਸ਼ੀਸ਼ ਰਹਿੰਦੇ ਸੀ, ਉਹ ਟੈਂਟਾਂ ਵਿੱਚ ਰਹਿੰਦੇ ਸੀ। ਇਹ ਲੈ ਲਓ ਜੀ, ਪਖੌਮ ਪਹੁੰਚ ਗਏ, ਠੀਕ ਹੈ, ਟੋਪੀ ਪਾਈ ਹੋਈ ਹੈ ਇਹਨਾਂ ਨੇ, ਖੜੇ ਨੇ। ਤੇ ਜਦੋਂ ਇੱਥੇ ਪਹੁੰਚੇ ਸਾਰੇ ਦੇ ਸਾਰੇ ਜਿਹੜੇ ਬੰਦੇ ਸੀ ਉਹ ਆਪਣੇ ਟੈਂਟ ਤੋਂ ਬਾਹਰ ਆ ਗਏ। ਏਦਾਂ ਕਰਕੇ ਜਦੋਂ ਟੈਂਟ ਤੋਂ ਬਾਹਰ ਆ ਗਏ ਤੇ ਉਹਨਾਂ ਨੇ ਇੱਕ ਇੰਟਰਪ੍ਰੇਟਰ ਬੁਲਾ ਲਿਆ। ਕਹਿਣ ਦਾ ਮਤਲਬ ਇੱਥੇ ਮੈਂ ਲਿਖ ਦਿੰਦੀ ਹਾਂ, ਇੰਟਰਪ੍ਰੇਟਰ ਕੌਣ ਹੁੰਦਾ ਹੈ? ਜੋ ਬਖਸ਼ੀਸ਼ ਦੀ ਭਾਸ਼ਾ ਹੈ ਉਹ ਪਖੌਮ ਨੂੰ ਸਮਝਾਏ ਤੇ ਜੇ ਜੋ ਪਖੌਮ ਕਹਿ ਰਿਹਾ ਉਹ ਉਹਨਾਂ ਨੂੰ ਦੱਸੇ। ਇਹ ਵਿਚੋਲਾ ਜਿਹਾ ਹੁੰਦਾ, ਇੱਕ ਜਿਹੜੀ ਭਾਸ਼ਾ ਆਸਾਨ ਕਰ ਦਿੰਦਾ ਸਮਝਣੀ। ਜਿਹੜੇ ਬਖਸ਼ੀਸ਼ ਸੀ ਉਹ ਬੜੇ ਖੁਸ਼ ਹੋਏ ਗੱਲ ਜਾਣ ਕੇ ਵੀ ਇੱਥੇ ਪਖੌਮ ਜਿਹੜਾ ਹੈਗਾ ਉਹ ਆਇਆ ਹੈਗਾ, ਤੇ ਉਹਨਾਂ ਲਈ ਬਹੁਤ ਸਾਰੇ ਤੋਹਫੇ ਲੈ ਕੇ ਆਇਆ ਹੈਗਾ। ਹੁਣ ਤੋਹਫੇ ਦੇ ਵਿੱਚ ਲੈਣ ਤੋਂ ਪਹਿਲਾਂ ਉਹਨੂੰ ਇੱਕ ਵਧੀਆ ਜੇ, ਸਭ ਤੋਂ ਜਿਹੜਾ ਵਧੀਆ ਟੈਂਟ ਸੀ ਉਹਦੇ ਵਿੱਚ ਲੈ ਜਾਂਦੇ ਨੇ ਤੇ ਉੱਥੇ ਉਹਨੂੰ ਥੱਲੇ ਜਿਵੇਂ ਕੁਸ਼ਨਸ ਨਹੀਂ ਬਿਠਾਏ ਹੁੰਦੇ, ਸੋਫੇ ਜੇ ਬਣਾਏ ਹੁੰਦੇ ਫਰਸ਼ ਤੇ, ਉਹਦੇ ਉੱਤੇ ਬਿਠਾ ਦਿੰਦੇ ਨੇ। ਉੱਥੇ ਦਰੀ ਹੁੰਦੀ ਹੈ, ਕਾਰਪੇਟ ਹੁੰਦੀ ਹੈ, ਆਪ ਉਹਦੇ ਆਲੇ ਦੁਆਲੇ ਜਾ ਕੇ ਬੈਠ ਜਾਂਦੇ ਨੇ। ਇਹ ਲੈ ਲਓ ਪਖੌਮ ਜਿਹਨੇ ਟੋਪੀ ਪਾਈ ਹੋਈ ਹੈ। ਹੁਣ ਉਹਨੂੰ ਖਾਣ ਨੂੰ ਮਟਨ ਦਿੰਦੇ ਨੇ, ਉਹਨੂੰ ਪੀਣ ਨੂੰ ਵਧੀਆ ਚਾਹ ਦਿੰਦੇ ਨੇ, ਠੀਕ ਹੈ, ਤੇ ਇੱਕ ਵਧੀਆ ਜਿਵੇਂ ਆਪਾਂ ਕਹਿੰਦੇ ਆ ਗੈਸਟ ਆਂਦਾ ਉਹਦੀ ਆਓ ਭਗਤ ਕਰਦੇ ਨੇ। ਉਸ ਤੋਂ ਬਾਅਦ ਪਖੌਮ ਜਿਹੜਾ ਹੈਗਾ ਉਹ ਆਪਣੇ ਜਿਹੜਾ ਉਹ ਕਾਰਟ ਲੈ ਕੇ ਆਇਆ ਸੀ, ਸਵਾਰੀ ਜਿਹਦੇ ਤੇ ਆਇਆ ਸੀ, ਉਹਦੇ ਵਿੱਚੋਂ ਗਿਫਟਸ ਕੱਢਦਾ ਤੇ ਇੱਕ ਇੱਕ ਕਰਕੇ ਸਾਰੇ ਬਖਸ਼ੀਸ਼ ਨੂੰ ਉਹ ਜਿੰਨੇ ਹੈਗੇ ਨੇ ਗਿਫਟਸ ਦੇ ਦਿੰਦਾ। ਚਾਹ ਵੀ ਲੈ ਕੇ ਆਂਦਾ, ਉਹਨਾਂ ਵਿੱਚ ਵਧੀਆ ਚਾਹ ਦੀ ਕੁਆਲਿਟੀ ਉਹਨਾਂ ਵਿੱਚ ਵੰਡ ਦਿੰਦਾ ਤੇ ਸਾਰੇ ਦੇ ਸਾਰੇ ਜਿਹੜੇ ਬਖਸ਼ੀਸ਼ ਹੁੰਦੇ ਨੇ ਉਹ ਬੜੇ ਖੁਸ਼ ਹੁੰਦੇ ਨੇ। ਤੇ ਉਹ ਟਰਾਂਸਲੇਟਰ ਨੂੰ ਕਹਿੰਦੇ ਨੇ, ਇੰਟਰਪ੍ਰੇਟਰ ਨੂੰ ਕਹਿੰਦੇ ਨੇ ਵੀ ਇਹਨੂੰ ਦੱਸ ਵੀ ਇਹ ਸਾਡੇ ਲਈ ਇੰਨਾ ਸਮਾਨ ਲੈ ਕੇ ਆਇਆ ਤੇ ਸਾਡਾ ਇੱਕ ਨਿਯਮ ਹੈਗਾ, ਕਸਟਮ ਹੈਗਾ, ਰੀਤੀ ਰਿਵਾਜ ਹੈਗਾ ਵੀ ਜੋ ਸਾਡੇ ਲਈ ਗਿਫਟ ਲੈ ਕੇ ਆਂਦਾ ਉਹਨੂੰ ਵਾਪਸ ਕੁਝ ਕਰੀਦਾ। ਵੀ ਇਹਨੂੰ ਪੁੱਛ ਵੀ ਇਹਨੂੰ ਸਾਡੇ ਕੋਲ ਜੋ ਸਮਾਨ ਹੈਗਾ ਉਹਦੇ ਵਿੱਚੋਂ ਇਹਨੂੰ ਸਭ ਤੋਂ ਵਧੀਆ ਕੀ ਲੱਗਿਆ ਤਾਂ ਕਿ ਅਸੀਂ ਵੀ ਇਹਦਾ ਤੋਹਫਾ ਵਾਪਸ ਕਰ ਸਕੀਏ ਕੁਝ ਨਾ ਕੁਝ। ਤੇ ਪਖੌਮ ਕਹਿੰਦਾ ਮੈਨੂੰ ਜੋ ਸਭ ਤੋਂ ਜ਼ਿਆਦਾ ਵਧੀਆ ਲੱਗਿਆ, ਜੋ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ ਉਹ ਹੈਗਾ ਲੈਂਡ, ਜ਼ਮੀਨ ਤੁਹਾਡੀ।
ਤੇ ਕਹਿੰਦਾ ਮੈਨੂੰ ਉਹ ਚਾਹੀਦੀ ਹੈ ਕਿਉਂਕਿ ਇਹ ਜਿਹੜੀ ਜ਼ਮੀਨ ਹੈਗੀ ਹੈ ਬਿਲਕੁਲ ਆਪਾਂ ਕਹਿ ਸਕਦੇ ਕਿਸੇ ਨੇ ਅਜੇ ਇਹਦੇ ਤੇ ਖੇਤੀਬਾੜੀ ਕਰਨੀ ਸ਼ੁਰੂ ਨਹੀਂ ਕੀਤੀ, ਕਦੇ ਇਹਨੂੰ ਵਾਇਆ ਨਹੀਂ ਗਿਆ, ਤਾਂ ਬਿਲਕੁਲ ਤਾਜ਼ੀ ਹੈਗੀ ਹੈ। ਪਖੌਮ ਦੱਸਣ ਲੱਗ ਗਿਆ ਵੀ ਜਿਹੜੀ ਥਾਂ ਤੋਂ ਅਸੀਂ ਆ ਰਹੇ ਹਾਂ ਉਹ ਥਾਂ ਬਹੁਤ ਕਰਾਊਡਡ ਹੈਗੀ ਹੈ, ਬਹੁਤ ਲੋਕ ਰਹਿੰਦੇ ਨੇ, ਉਸੇ ਸੋਇਲ ਨੂੰ ਉਸੇ ਜ਼ਮੀਨ ਨੂੰ ਵਾਂਝੇ ਰਹਿੰਦੇ, ਜਿਹਦੇ ਕਰਕੇ ਉਹਦੀ ਜਿਹੜੀ ਉਪਜਾਊਪਨ ਹੈ ਉਹ ਘੱਟ ਹੁੰਦਾ ਜਾ ਰਿਹਾ ਹੈ। ਤੇ ਇੱਥੇ ਤੁਹਾਡੇ ਕੋਲ ਇੰਨਾ ਜ਼ਿਆਦਾ ਜ਼ਮੀਨ ਹੈਗੀ ਹੈ ਤੇ ਉਹ ਵੀ ਵਧੀਆ ਹੈਗੀ ਹੈ, ਮੈਂ ਇਹ ਜੀ ਜ਼ਮੀਨ ਕਦੇ ਵੀ ਪਹਿਲਾਂ ਨਹੀਂ ਦੇਖੀ। ਤੇ ਇਹ ਕਹਿਣ ਤੋਂ ਬਾਅਦ ਪਖੌਮ ਨੇ ਕੀ ਕੀਤਾ, ਫਟਾਫਟ ਜਾ ਕੇ ਜਿਹੜਾ ਸਭ ਤੋਂ ਵਧੀਆ ਗਾਊਨ ਸੀ ਨਾ, ਜਿਹੜੀ ਸਭ ਤੋਂ ਵਧੀਆ ਡਰੈਸ ਸੀ, ਉਹ ਉਹਨੇ ਬਖਸ਼ੀਸ਼ ਦੇ ਚੀਫ ਲਈ ਰੱਖੀ ਹੋਈ ਸੀ, ਤੇ ਉਹ ਫਟਾਫਟ ਜਾ ਕੇ ਸਭ ਤੋਂ ਬੈਸਟ ਡਰੈਸਿੰਗ ਗਾਊਨ ਲੈ ਕੇ ਆਇਆ ਤੇ 5 ਪਾਉਂਡ ਦੀ ਚਾਹ ਉਹ ਲੈ ਕੇ ਆਇਆ ਤੇ ਉਹਨੇ ਮੁਖੀਆ ਨੂੰ, ਚੀਫ ਨੂੰ, ਬਖਸ਼ੀਸ਼ ਦੇ ਆਫਰ ਕਰਤੀ ਵੀ ਅੱਜ ਹੀ ਤੁਹਾਡਾ ਟੈਂਟ ਹੈ ਤੇ ਇਹ ਦੋਨੋਂ ਸਮਾਨ ਉੱਥੇ ਪਹੁੰਚ ਜਾਏਗਾ। ਤੇ ਜਿਹੜਾ ਮੁਖੀਆ ਸੀ ਉਹਨੇ ਐਕਸੈਪਟ ਕਰ ਲਿਆ ਤੇ ਉਹ ਬੈਠ ਗਿਆ, ਜਿਵੇਂ ਆਪਾਂ ਬੈਠ ਜਾਂਦੇ ਆ ਨਾ ਸਨਮਾਨਿਤ ਹੋ ਕੇ, ਉਹ ਕੀ ਗੱਲ ਹੈ। ਤੇ ਉਸ ਤੋਂ ਬਾਅਦ ਬਾਕੀ ਸਾਰੇ ਜਿਹੜੇ ਬਖਸ਼ੀਸ਼ ਸੀ ਉਹ ਮੁਖੀਆ ਨਾਲ ਗੱਲ ਕਰਨ ਲੱਗ ਗਏ, ਆਪਣੇ ਸਾਰੇ ਇਕੱਠੇ ਹੋ ਗਏ ਤੇ ਮੁਖੀਆ ਕੋਲ ਗਏ ਵੀ ਜੀ ਇਹ ਗੱਲ ਹੈਗੀ ਹੈ। ਤੇ ਉਸ ਤੋਂ ਬਾਅਦ ਮੁਖੀਆ ਨੇ ਉਹਨਾਂ ਸਭ ਨੂੰ ਚੁੱਪ ਕਰਨ ਲਈ ਕਿਹਾ ਤੇ ਉਸ ਤੋਂ ਬਾਅਦ ਰਸ਼ੀਅਨ ਲੈਂਗੁਏਜ ਦੇ ਵਿੱਚ, ਕਿਉਂਕਿ ਇਹ ਰੂਸ ਦੇ ਵਿੱਚ ਕਹਾਣੀ ਹੋ ਰਹੀ ਹੈ, ਰਸ਼ੀਅਨ ਲੈਂਗੁਏਜ ਦੇ ਵਿੱਚ ਇੰਟਰਪ੍ਰੀਟਰ ਨੂੰ ਇੱਕ ਗੱਲ ਕਹੀ ਤੇ ਉਹ ਕਿਹਾ ਵੀ ਪਖੌਮ ਨੂੰ ਦੱਸ ਦੋ ਵੀ ਜਿਹੜਾ ਵੀ ਪੀਸ ਆਫ ਲੈਂਡ, ਜਿਹੜਾ ਵੀ ਜ਼ਮੀਨ ਦਾ ਟੁਕੜਾ ਜਿਹੜਾ ਹੈ ਉਹ ਲੈਣਾ ਚਾਹੁੰਦਾ ਹੈ ਉਹ ਲੈ ਸਕੇ। ਪਖੌਮ ਨੇ ਸਵਾਲ ਕੀਤਾ, ਅੱਛਾ ਜੀ ਕਿੰਨੇ ਦਾ, ਕਿੰਨੇ ਪੈਸੇ ਲੱਗਣਗੇ, ਕਿੰਨੇ ਰੂਬਲਸ ਜਾਂ ਕਿੰਨੇ ਸ਼ਿਲਿੰਗਸ ਲੱਗਣਗੇ ਇਸ ਦੇ ਲਈ। ਤੇ ਉਹ ਕਹਿੰਦਾ 1 ਦਿਨ। ਉਹਨੂੰ ਸਮਝ ਨਹੀਂ ਆਇਆ ਵੀ 1 ਦਿਨ ਕੀ ਕੀਮਤ ਹੋਈ ਲੈਂਡ ਦੀ, ਜ਼ਮੀਨ ਦੀ, ਵੀ ਇਹ ਰੁਪਏ ਦੇ ਵਿੱਚ ਹੁੰਦੇ, ਇਹ ਕੀ ਹੋਇਆ। ਕਹਿੰਦਾ ਕਿੰਨੇ ਏਕੜ ਮਤਲਬ ਤੁਸੀਂ ਮੈਨੂੰ ਦੋਗੇ। ਉਹ ਕਹਿੰਦਾ ਏਦਾਂ ਨਹੀਂ ਹੁੰਦਾ। ਉਹ ਕਹਿੰਦਾ 1 ਦਿਨ ਦੇ ਵਿੱਚ, ਜਿਹੜਾ ਮੁਖੀ ਹੈ ਉਹ ਕਹਿੰਦਾ 1 ਦਿਨ ਦੇ ਵਿੱਚ ਜਿੰਨਾ ਏਰੀਆ ਤੁਸੀਂ ਕਵਰ ਕਰ ਲਓਗੇ ਤੇ ਵਾਪਸ ਉਸੇ ਪੁਆਇੰਟ ਤੇ ਤੁਸੀਂ ਆਣਾ ਹੈ, ਉਹ ਸਾਰਾ ਦਾ ਸਾਰਾ ਏਰੀਆ ਤੁਹਾਡਾ, ਯਾਨੀ 1 ਦਿਨ ਦੇ ਵਿੱਚ ਤੁਸੀਂ ਉਹ ਕਰਨਾ ਕਵਰ। ਪਖੌਮ ਬੜਾ ਖੁਸ਼ ਹੋਇਆ, ਕਹਿੰਦਾ ਹੈ ਸੱਚੀ ਸਾਰਾ ਦਾ ਸਾਰਾ ਮੇਰਾ, ਇੰਨੇ ਨੂੰ ਤਾਂ ਮੈਂ ਬਹੁਤ ਜ਼ਿਆਦਾ ਹਿੱਸਾ ਜਿਹੜਾ ਹੈ ਉਹ ਤੈਅ ਕਰ ਲਾਂਗਾ। ਤੇ ਜਿਹੜਾ ਮੁਖੀਆ ਹੈ ਉਹ ਇਹ ਗੱਲ ਸੁਣ ਕੇ ਉਹਦੇ ਹੰਝੂ ਨਿਕਲਿਆ, ਯਾਨੀ ਉਹ ਹੱਸਣ ਲੱਗ ਪਿਆ, ਹਾ 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 ਹਾ। ਤੇ ਉਸ ਤੋਂ ਬਾਅਦ ਪਖੌਮ ਨੇ ਸੋਚਿਆ ਵੀ ਇਹ ਤਾਂ ਬਹੁਤ ਵਧੀਆ ਗੱਲ ਹੋ ਗਈ, ਸਵੇਰੇ ਸੂਰਜ ਉੱਗਣ ਤੋਂ ਪਹਿਲਾਂ ਪਹਿਲਾਂ ਸਾਜਰੇ ਸਾਜਰੇ ਮੈਂ ਸ਼ੁਰੂ ਕਰਾਂਗਾ ਤੇ ਕਾਫੀ ਜ਼ਿਆਦਾ ਏਰੀਆ ਜਿਹੜਾ ਹੈ ਉਹ ਮੈਂ ਕਵਰ ਕਰ ਲਾਂਗਾ। ਤੇ ਰਾਤ ਨੂੰ ਸੌਣ ਦੇ ਲਈ ਪਖੌਮ ਨੂੰ ਇੱਕ ਆਪਾਂ ਇਹ ਕਹਿ ਸਕਦੇ ਹਾਂ ਮੁਲਾਇਮ ਜਾ ਇੱਕ ਬਿਸਤਰਾ ਦਿੱਤਾ ਗਿਆ ਤੇ ਬਾਕੀ ਸਾਰੇ ਬਖਸ਼ੀਸ਼ ਜਿਹੜੇ ਹੈਗੇ ਨੇ ਉਹ ਆਪਣੇ ਆਪਣੇ ਟੈਂਟ ਵੱਲ ਨੂੰ ਚਲੇ ਗਏ ਤੇ ਇਹਨੂੰ ਬੜਾ ਫੈਦਰ ਵਾਲਾ ਬੈੱਡ ਦਿੱਤਾ ਗਿਆ। ਪਰ ਇਹਨੂੰ ਨੀਂਦ ਕਿੱਥੇ ਆਣੀ ਸੀ, ਸਾਰੀ ਰਾਤ ਸੋਚੀ ਗਿਆ ਵੀ ਇੱਥੋਂ ਮੈਂ ਇੰਨਾ ਏਰੀਆ ਕਵਰ ਕਰ ਲਾਂਗਾ, ਘੱਟੋ ਘੱਟ ਮੈਂ 35 ਮਾਈਲਸ ਤਾਂ 1 ਦਿਨ ਦੇ ਵਿੱਚ ਕਵਰ ਕਰ ਹੀ ਲਾਂਗਾ। ਮਤਲਬ ਜਿਵੇਂ ਖਾਬ ਆਣੇ ਉਹਨੂੰ ਸ਼ੁਰੂ ਹੋ ਗਏ। ਤੇ ਇੱਥੋਂ ਸ਼ੁਰੂ ਹੁੰਦਾ ਹੈ ਜੀ 6ਵਾਂ ਅਧਿਆਏ ਇਸ ਚੈਪਟਰ ਦਾ, ਤੇ ਉਹਦੇ ਵਿੱਚ ਦੇਖਦੇ ਹਾਂ ਕੀ ਹੁੰਦਾ। ਤੇ ਅਗਲੀ ਜਦ ਸਵੇਰ ਹੋਈ ਉਹਨੇ ਕੀ ਕੀਤਾ, ਸਵੇਰੇ ਸਾਜਰੇ ਸਾਜਰੇ ਉੱਠਿਆ, ਜਿਹੜੇ ਬੰਦੇ ਨੂੰ ਉਹ ਨਾਲ ਲੈ ਕੇ ਆਇਆ ਸੀ, ਜਿਹੜੇ ਗੱਡੇ ਵਿੱਚ ਸੁੱਤਾ ਪਿਆ ਸੀ, ਉਹਨੂੰ ਵੀ ਉਠਾ ਲਿਆ ਤੇ ਉਹਨੂੰ ਜਾ ਕੇ ਸਾਰੇ ਬਖਸ਼ੀਸ਼ ਨੂੰ ਉਹਨੇ ਇਕੱਠਾ ਕਰ ਲਿਆ ਵੀ ਮੇਰਾ ਦਿਨ ਸ਼ੁਰੂ ਹੋ ਗਿਆ, ਮੈਂ ਹੁਣ ਜਾ ਕੇ ਆਪਣਾ ਲੈਂਡ ਜਿਹੜਾ ਉਹ ਦੇਖਣਾ ਹੈਗਾ। ਕਹਿੰਦਾ ਹੁਣ ਤਾਂ ਜਾਣਾ ਹੀ ਪਏਗਾ ਮੈਨੂੰ। ਤੇ ਜਿਹੜੇ ਜਿਹੜੇ ਬਖਸ਼ੀਸ਼ ਸੀ ਸਾਰੇ ਇਕੱਠੇ ਹੋ ਗਏ, ਸਾਰਾ ਕੁਨਬਾ ਇਕੱਠਾ ਹੋ ਗਿਆ, ਜਿਹੜਾ ਮੁਖੀਆ ਸੀ ਉਹ ਵੀ ਬਾਹਰ ਆ ਗਿਆ ਤੇ ਉਹ ਸਾਰੇ ਇਕੱਠੇ ਹੋ ਕੇ ਇੱਕ ਪਹਾੜੀ ਤੇ ਚੜਨ ਲੱਗ ਪਏ। ਠੀਕ ਹੈ, ਅਸੈਂਡ ਯਾਨੀ ਉੱਤੇ ਚੱਲਣ ਲੱਗ ਗਏ ਹਿਲੌਕ ਤੇ, ਹਿਲ ਦੇ ਟੌਪ ਤੇ। ਇਹਨੂੰ ਉਹ ਨਾਮ ਦਿੰਦੇ ਸੀ ਸ਼ਿਖਨ, ਇਸ ਪਹਾੜੀ ਨੂੰ ਨਾਮ ਦਿੱਤਾ ਹੋਇਆ ਸੀ ਸ਼ਿਖਨ। ਤੇ ਉਸ ਤੋਂ ਬਾਅਦ ਉੱਥੇ ਜਾ ਕੇ ਘੋੜਿਆਂ ਤੋਂ ਉਤਰੇ ਤੇ ਇੱਕ ਥਾਂ ਤੇ ਜਾ ਕੇ ਸਾਰੇ ਦੇ ਸਾਰੇ ਬੰਦੇ ਏਦਾਂ ਕਰਕੇ ਇਕੱਠੇ ਹੋ ਗਏ ਘੋੜਿਆਂ ਤੋਂ ਉਤਰ ਕੇ। ਹੁਣ ਮੁਖੀਆ ਇੱਧਰ ਵੱਲ ਨੂੰ ਇਸ਼ਾਰਾ ਕਰਕੇ ਕਹਿੰਦਾ ਵੀ ਇਹ ਜਿੰਨਾ ਵੀ ਲੈਂਡ ਦਾ ਟੁਕੜਾ ਤੁਸੀਂ ਦੇਖ ਰਹੇ ਹੋ, ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਉਹ ਸਾਰਾ ਦਾ ਸਾਰਾ ਸਾਡਾ ਹੈਗਾ। ਤੇ ਪਖੌਮ ਨੇ ਦੇਖਿਆ ਹਾਏ ਇੰਨਾ ਵਧੀਆ ਜ਼ਮੀਨ ਦਾ ਟੁਕੜਾ, ਮਤਲਬ ਸਾਰੀ ਦੀ ਸਾਰੀ ਜਿਹੜੀ ਸੋਇਲ ਸੀ, ਮਿੱਟੀ ਸੀ, ਉਹ ਉਪਜਾਊ ਸੀ, ਵਧੀਆ ਕੁਆਲਿਟੀ ਦੀ ਸੀ। ਇੰਨੀ ਦੇਰ ਨੂੰ ਜਿਹੜਾ ਮੁਖੀਆ ਸੀ ਉਹਨੇ ਆਪਣੀ ਟੋਪੀ ਜਿਹੜੀ ਹੈਗੀ ਹੈ ਫਰ ਵਾਲੀ ਉਤਾਰ ਕੇ ਇੱਥੇ ਰੱਖੀ ਤੇ ਕਹਿੰਦਾ ਇੱਥੋਂ ਮਾਰਕ ਹੈਗਾ, ਨਿਸ਼ਾਨੀ ਹੈਗੀ ਹੈ ਵੀ ਜਿੱਥੋਂ ਤੁਸੀਂ ਸ਼ੁਰੂ ਕਰ ਰਹੇ ਹੋ, ਜਿੰਨਾ ਏਰੀਆ ਤੁਸੀਂ ਥੱਲੇ ਜਾ ਕੇ ਕਵਰ ਕਰੋਗੇ ਉਹ ਸਾਰਾ ਦਾ ਸਾਰਾ ਤੁਹਾਡਾ ਹੈ, ਪਰ ਯਾਦ ਰੱਖਿਓ ਸੂਰਜ ਡੁੱਬਣ ਤੋਂ ਪਹਿਲਾਂ ਤੁਸੀਂ ਇਸੇ ਟੋਪੀ ਕੋਲ ਵਾਪਸ ਆਣਾ। ਪਖੌਮ ਨੇ ਕੀ ਕੀਤਾ, ਆਪਣੇ ਜਿਹੜੇ ਪੈਸੇ ਸੀ ਜੋ ਉਹਨਾਂ ਨੂੰ ਦੇਣੇ ਸੀ ਉਹ ਸੀਗੇ 1000 ਰੂਬਲਸ 1 ਦਿਨ ਦੇ ਲਈ। ਠੀਕ ਹੈ, ਇਹ ਗੱਲ ਹੋਈ ਸੀ ਪਹਿਲਾਂ ਮੁਖੀਆ ਨਾਲ ਵੀ 1 ਦਿਨ ਦੇ ਲਈ 1000 ਰੂਬਲਸ ਤੁਸੀਂ ਪੇ ਕਰਨੇ ਨੇ। ਪਖੌਮ ਨੇ ਕੀ ਕੀਤਾ, 1000 ਰੂਬਲਸ ਆਪਣੀ ਜੇਬ ਵਿੱਚੋਂ
ਕੱਢੇ ਤੇ ਉੱਥੇ ਟੋਪੀ ਤੇ ਰੱਖ ਦਿੰਦੇ। ਕਹਿੰਦਾ ਠੀਕ ਹੈ ਵੀ ਇਹ ਮੇਰਾ ਮਾਰਕ ਹੈਗਾ ਵੀ ਇੱਥੋਂ ਮੈਂ ਸ਼ੁਰੂ ਕਰਦਾ ਤੇ ਵਾਪਸ ਇੱਥੇ ਆਵਾਂਗਾ। ਉਹਨੇ ਨਾ ਕੋਟ ਪਾਇਆ ਹੋਇਆ ਸੀ, ਗਰਮੀ ਨਾ ਲੱਗੇ ਇਸੇ ਕਰਕੇ, ਕਿਉਂਕਿ ਸੂਰਜ ਵੀ ਬਾਹਰ ਨਿਕਲਿਆ ਹੋਇਆ ਸੀ। ਉਹਨੇ ਉੱਤੇ ਵਾਲਾ ਕੋਟ ਬਾਹਰ ਕੱਢਤਾ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਹਥਿਆਰ ਹੈਗਾ ਉਹ ਨਾਲ ਲਿੱਤਾ। ਐਵੇਂ ਕਰਕੇ ਨਾ ਇੱਕ ਕਹੀ ਜੀ ਹੁੰਦੀ ਹੈ ਉਹ ਸਹਾਰਾ ਲੈਣ ਲਈ, ਜਿਹਦੇ ਨਾਲ ਸੋਇਲ ਨੂੰ ਫਲੋ ਕਰਦੇ ਆ, ਉਹ ਉਹਨੇ ਨਾਲ ਲੈ ਲਈ। ਕੁਝ ਕੋਟ ਪਾਇਆ ਹੋਇਆ ਸੀ, ਪਾਣੀ ਦੀ ਬੋਤਲ ਜਿਹੜੀ ਹੈਗੀ ਉਹਨੇ ਇੱਥੇ ਕਰਕੇ ਕਮਰ ਤੇ ਬੰਨ ਲਈ ਆਪਣੀ। ਬੂਟ ਜਿਹੜੇ ਨੇ ਉਹ ਖਿੱਚ ਲਏ ਉੱਤੇ ਵੱਲ ਨੂੰ, ਟਾਈਟ ਕਰ ਲਿਆ ਆਪਣੇ ਆਪ ਨੂੰ ਤੇ ਇੱਕਦਮ ਤਿਆਰ ਹੋ ਗਿਆ ਵੀ ਹੁਣ ਮੈਂ ਜਾਵਾਂਗਾ ਤੇ ਕੋਈ ਗੱਲ ਨਹੀਂ, ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਆ ਜਾਊਗਾ। ਉਹਨੇ ਹੌਲੀ ਹੌਲੀ ਸ਼ੁਰੂ ਕੀਤੀ ਆਪਣੀ ਜਰਨੀ, ਥੱਲੇ ਆਇਆ, ਗਿਆ 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 ਗਿਆ, ਕਾਫੀ ਜ਼ਿਆਦਾ ਅੱਗੇ ਤੱਕ ਜਾ ਕੇ ਤੁਸੀਂ ਇਹ ਕਹਿ ਸਕਦੇ ਹੋ 1000 ਯਾਰਡਸ ਅੱਗੇ ਜਾ ਕੇ ਉਹ ਰੁਕਿਆ ਤੇ ਉੱਥੇ ਇੱਕ ਟੋਆ ਜਿਹਾ ਪੱਟ ਕੇ ਨਾ ਉਹਨੇ ਘਾਹ ਕੂ ਜਿਹੜੀ ਸੀ, ਕਿਉਂਕਿ ਇਸ ਸੋਇਲ ਤੇ ਘਾਹ ਲੱਗੀ ਹੋਈ ਸੀ, ਸਾਰੀ ਇਕੱਠੀ ਕਰਕੇ ਇੱਕ ਢੇਰ ਬਣਾਤਾ 1000 ਯਾਰਡਸ ਕਵਰ ਕਰਕੇ। ਇਹਨੂੰ ਆਪਾਂ ਏਦਾਂ ਮੰਨ ਲੈਂਦੇ ਆ, ਮੰਨ ਲਓ ਕਿ ਆ ਪਹਾੜੀ ਸੀ, ਇਹਦੇ ਤੋਂ ਥੱਲੇ ਆਇਆ ਤੇ ਅੱਗੇ ਗਿਆ, ਉਹਨੇ ਲਗਭਗ 1000 ਯਾਰਡਸ ਕਵਰ ਕੀਤੇ। ਫਿਰ ਇੱਕ ਟੋਆ ਜਿਹਾ ਪੱਟਿਆ, ਉਹਦੇ ਉੱਤੇ ਘਾਹ ਰੱਖੀ ਗਿਆ ਰੱਖੀ ਗਿਆ ਰੱਖੀ ਗਿਆ ਰੱਖੀ ਗਿਆ, ਇੱਕ ਨਿਸ਼ਾਨੀ ਬਣ ਜਾਂਦੀ ਹੈ। ਉਸ ਤੋਂ ਬਾਅਦ ਫਿਰ ਅੱਗੇ ਚੱਲਣਾ ਉਹਨੇ ਸ਼ੁਰੂ ਕਰਤਾ, ਥੋੜਾ ਪੇਸ ਥੋੜਾ ਤੇਜ਼ ਹੋ ਗਿਆ ਉਹਦਾ, ਤੇਜ਼ ਚੱਲਣਾ ਸ਼ੁਰੂ ਕਰਤਾ। ਫਿਰ ਅੱਗੇ ਜਾ ਕੇ ਟੋਆ ਪੱਟਿਆ, ਫਿਰ ਏਦਾਂ ਕਰਕੇ ਨਿਸ਼ਾਨੀ ਲਾਣੀ ਸ਼ੁਰੂ ਕਰਤੀ। ਫਿਰ ਕਹਿੰਦਾ ਹੋਰ ਮੈਂ ਜਾਵਾਂਗਾ 3 ਮਾਈਲਸ ਅੱਗੇ ਹੋਰ ਜਾਵਾਂਗਾ ਤੇ ਫਿਰ ਉਸ ਤੋਂ ਬਾਅਦ ਮੈਂ ਉੱਥੋਂ ਲੈਫਟ ਮੁੜ ਜਾਵਾਂਗਾ। ਉਹਨੇ ਫਿਰ ਚੱਲਣਾ ਸ਼ੁਰੂ ਕਰਤਾ। ਉੱਥੇ ਜਾ ਕੇ ਫਿਰ ਉਹਨੇ ਟੋਆ ਪੱਟ ਕੇ ਉੱਤੇ ਇੱਕ ਘਾਹ ਰੱਖਣਾ ਸ਼ੁਰੂ ਕਰਤਾ ਤੇ ਉਸ ਤੋਂ ਬਾਅਦ ਉਹਨੂੰ ਲੱਗਿਆ ਵੀ ਹੁਣ ਜਿਹੜਾ ਇੰਨੀ ਦੂਰ ਮੈਂ ਆ ਗਿਆ, ਇਹ ਲੈਂਡ ਜਿਹੜਾ ਹੈਗਾ, ਇਹ ਜ਼ਮੀਨ ਜਿਹੜੀ ਹੈ ਸੱਚੀ ਬਿਹਤਰ ਦਿਖ ਰਹੀ ਹੈ। ਫਿਰ ਸਿੱਧਾ ਚੱਲੀ ਗਿਆ ਚੱਲੀ ਗਿਆ ਚੱਲੀ ਗਿਆ ਚੱਲੀ ਗਿਆ, ਦੇਖੀ ਗਿਆ ਤੇ ਜਦ ਉਹਨੇ ਪਿੱਛਾ ਮੁੜ ਕੇ ਦੇਖਿਆ ਤੇ ਇੱਥੇ ਜਿਹੜੇ ਬੰਦੇ ਖੜੇ ਸੀ ਉਹ ਚੀਟੀਆਂ ਵਰਗੇ ਛੋਟੇ ਛੋਟੇ ਦਿਸ ਰਹੇ ਸੀ, ਯਾਨੀ ਉਹ ਇੰਨਾ ਅੱਗੇ ਆ ਚੁੱਕਿਆ ਸੀ ਵੀ ਹਿਲੌਕ ਜਿਹੜਾ ਏਰੀਆ ਸੀ ਜਿੱਥੋਂ ਉਹਨੇ ਸ਼ੁਰੂ ਕੀਤਾ ਸੀ ਉਹ ਦਿਖਾਈ ਨਹੀਂ ਦੇ ਰਿਹਾ ਸੀ ਤੇ ਇੰਨੀ ਧੁੱਪ ਪੈ ਰਹੀ ਸੀ, ਹੈ ਕਿ ਨਹੀਂ। ਤੇ ਇੱਥੇ ਪਹੁੰਚ ਕੇ ਅੱਗੇ ਜਾ ਕੇ ਉਹਨੂੰ ਲੱਗਿਆ ਵੀ ਮੈਂ ਕਾਫੀ ਅੱਗੇ ਆ ਗਿਆ, ਹੁਣ ਟਾਈਮ ਹੋ ਗਿਆ ਵੀ ਮੈਂ ਵਾਪਸ ਮੁੜ ਜਾਵਾਂ। ਪਸੀਨੋ ਪਸੀਨੇ ਹੋਇਆ ਸੀ, ਪਾਣੀ ਦੀ ਪਿਆਸ ਉਹਨੂੰ ਲੱਗ ਰਹੀ ਸੀ ਤੇ ਉੱਥੇ ਜਾ ਕੇ ਉਹਨੇ ਇੱਕ ਟੋਆ ਪਟਿਆ, ਘਾਹ ਉਹਦੇ ਉੱਤੇ ਰੱਖਤਾ, ਠੀਕ ਹੈ, ਤਾਂ ਕਿ ਦਿਸ ਜਾਏ। ਉਸ ਤੋਂ ਬਾਅਦ ਉਹਨੇ ਪਾਣੀ ਦੀ ਆਪਣੀ ਜਿਹੜੀ ਬੋਟਲ ਸੀ ਉਹ ਕੱਢੀ, ਪੀਤਾ ਪਾਣੀ ਤੇ ਫਿਰ ਉਸ ਤੋਂ ਬਾਅਦ ਲੈਫਟ ਮੁੜ ਗਿਆ। ਫਿਰ ਤੋਂ ਲੈਫਟ ਮੁੜ ਕੇ ਉਹ ਸਿੱਧਾ ਜਿਹੜਾ ਘਾਹ ਸੀ, ਪੂਰੀ ਜ਼ਮੀਨ 'ਚ ਘਾਹ ਲੱਗਿਆ ਹੋਇਆ ਸੀ, ਬਹੁਤ ਗਰਮੀ ਸੀ, ਬਹੁਤ ਧੁੱਪ ਪੈ ਰਹੀ ਸੀ ਤੇ ਤੁਹਾਨੂੰ ਪਤਾ ਹੈ ਘਾਹ 'ਚ ਜਦ ਤੁਸੀਂ ਚੱਲਦੇ ਹੋ ਹੋਰ ਜ਼ਿਆਦਾ ਗਰਮੀ ਲੱਗਦੀ ਹੈ। ਉਹ ਹੋਰ ਥੱਕਣ ਲੱਗ ਗਿਆ, ਸੂਰਜ ਦੀਆਂ ਕਿਰਨਾਂ ਉਹਨੂੰ ਹੋਰ ਤੰਗ ਕਰ ਰਹੀਆਂ ਸੀ ਤੇ 12 ਵੱਜ ਚੁੱਕੇ ਸੀ, ਠੀਕ ਹੈ। ਤੇ ਉਹਨੂੰ ਇਹ ਲੱਗਿਆ ਵੀ ਮੈਂ ਹੁਣ ਰੈਸਟ ਕਰ ਲੈਂਦਾ। ਲੈਫਟ ਜਦੋਂ ਮੁੜਿਆ ਉਹਨੂੰ ਲੱਗਿਆ ਮੈਂ ਰੈਸਟ ਕਰ ਲੈਂਦਾ, ਬਹੁਤ ਗਰਮੀ ਹੋ ਗਈ, ਨੀਂਦ ਆ ਰਹੀ ਸੀ, ਪਰ ਉਹਨੇ ਇਹ ਸੋਚਿਆ ਵੀ ਹੁਣ ਜੇ ਮੈਂ ਆਰਾਮ ਕਰ ਲਿਆ ਤਾਂ ਮੈਨੂੰ ਪੂਰੀ ਜ਼ਿੰਦਗੀ ਆਰਾਮ ਨਹੀਂ ਮਿਲੂਗਾ, ਬਸ ਥੋੜਾ ਜਿਹਾ ਹੋਰ ਅੱਗੇ ਨੂੰ ਮੈਂ ਚੱਲ ਪੈਂਦਾ। ਤੇ ਪਖੌਮ ਨੇ ਫੇਰ ਉਸ ਤੋਂ ਬਾਅਦ ਜਦ ਟਰਨ ਲਿਆ ਤੇ ਉੱਥੇ ਫੇਰ ਜਾ ਕੇ ਇੱਕ ਟੋਆ ਪੱਟਤਾ, ਮਤਲਬ ਉਹ ਘੁੰਮੀ ਜਾ ਰਿਹਾ ਸੀ ਉਹ ਜ਼ਮੀਨ 'ਚ ਜਿੰਨੀ ਜ਼ਿਆਦਾ ਉਹਦੀ ਕਵਰ ਹੋ ਸਕੇ, ਜਿੰਨੀ ਜ਼ਿਆਦਾ ਕਵਰ ਹੋ ਸਕੇ। ਤੇ ਫੇਰ ਉਹ ਵਾਪਸ ਮੁੜ ਗਿਆ ਸਿੱਧਾ ਹਿਲੌਕ ਵੱਲ। ਜਦੋਂ ਵਾਪਸ ਜਾ ਰਿਹਾ ਸੀ ਇੰਨੇ ਨੂੰ ਸ਼ੁਰੂ ਹੋ ਜਾਂਦਾ 7ਵਾਂ ਪਾਰਟ। ਕੀ ਹੁੰਦਾ, ਸਿੱਧਾ ਜਾ ਰਿਹਾ ਸੀ ਉਸ ਤੋਂ ਬਾਅਦ ਹਿਲੌਕ ਵੱਲ ਨੂੰ, ਪਰ ਹੁਣ ਉਹਨੂੰ ਚੱਲਣ 'ਚ ਦਿੱਕਤ ਆ ਰਹੀ ਸੀ, ਗਰਮੀ ਉਹਨੂੰ ਲੱਗ ਰਹੀ ਸੀ, ਨੰਗੇ ਪੈਰ ਸੀ, ਕੱਟੇ ਜਾ ਰਹੇ ਸੀ, ਛਿੱਲ ਪੈ ਗਈ ਸੀ, ਲੱਤਾਂ ਉਹਦਾ ਸਾਥ ਨਹੀਂ ਦੇ ਰਹੀਆਂ ਸੀ। ਉਹਨੂੰ ਬਾਰ-ਬਾਰ ਲੱਗ ਰਿਹਾ ਸੀ ਮੈਂ ਆਰਾਮ ਕਰ ਲਾਂ, ਪਰ ਉਹਨੂੰ ਇਹ ਵੀ ਪਤਾ ਸੀ ਵੀ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਉੱਥੇ ਪਹੁੰਚਣਾ ਹੀ ਪਹੁੰਚਣਾ ਜਿੱਥੇ ਟੋਪੀ ਰੱਖੀ ਹੋਈ ਹੈ ਉਹਨਾਂ ਦੇ ਮੁਖੀਆਂ ਨੇ। ਉਹਨੇ ਚੱਲਣਾ ਸ਼ੁਰੂ ਕੀਤਾ ਤੇ ਜਿਹੜਾ ਸੂਰਜ ਸੀ ਉਹ ਦੇਖ ਰਿਹਾ ਸੀ, ਸੂਰਜ ਵੱਲ ਤਾਂ ਦੇਖ ਰਿਹਾ ਸੀ ਵੀ ਮੈਂ ਅਜੇ ਇੱਥੇ ਪਹੁੰਚਣ ਵਾਲਾ ਤੇ ਸੂਰਜ ਡੁੱਬਣ ਵਾਲਾ ਹੈ, ਮੇਰਾ ਅਜੇ ਵੀ ਡਿਸਟੈਂਸ ਕਾਫੀ ਪਿਆ। ਚੱਲਦਾ ਰਿਹਾ, ਦਿੱਕਤ ਹੁੰਦੀ ਰਹੀ, ਕਦੇ ਹੌਲੀ ਕਦੀ ਤੇਜ਼, ਕਦੇ ਹੌਲੀ ਕਦੀ ਤੇਜ਼, ਕਦੇ ਕੱਪੜੇ ਉਤਾਰ ਰਹੇ, ਆਪਣੇ ਕੋਟ ਬੂਟ ਉਤਾਰ ਰਹੇ ਹੈ, ਬੋਟਲ ਸੁੱਟ ਰਹੇ ਹੈ, ਪਰ ਉਹਨੇ ਸਿਰਫ ਆਪਣੇ ਕੋਲ ਉਸ ਖੁਰਪਾ ਨਹੀਂ ਹੁੰਦਾ ਕਹੀ, ਉਹ ਰੱਖੀ ਹੋਈ ਸੀ ਵੀ ਉਹ ਸਹਾਰਾ ਬਣਾ ਕੇ ਮੈਂ ਅੱਗੇ ਚੱਲਦਾ ਰਹਾਂਗਾ। ਤੇ ਸਾਹ ਲੈ ਰਿਹਾ ਸੀ, ਕਹਿੰਦਾ ਹਾਏ ਹਾਏ ਮੇਰੇ ਤੋਂ ਗੜਬੜ ਨਾ ਹੋ ਜੇ ਵੀ ਸੂਰਜ ਡੁੱਬਣ ਤੋਂ ਪਹਿਲਾਂ ਮੈਂ ਪਹੁੰਚ ਜਾ, ਨਹੀਂ ਤਾਂ ਜਿਹੜੇ 1000 ਰੂਬਲ ਦਿੱਤੇ ਹੋਏ ਨੇ ਸਾਰੇ ਦੇ ਸਾਰੇ ਵੇਸਟ ਜਾਣਗੇ, ਵੀ ਮੈਂ ਹੁਣ ਕਿੱਥੇ ਜਾਵਾਂਗਾ, ਵੀ ਇੰਨੇ ਪੈਸੇ ਮੈਂ ਦਿੱਤੇ ਹੋਏ ਨੇ। ਸਾਹ ਇੰਨੀ ਤੇਜ਼ ਚੱਲ ਰਿਹਾ ਸੀ ਜਿਵੇਂ ਬਲੈਕਸਮਿਥ ਦਾ ਜਿਹੜਾ ਆਇਰਨ ਦਾ ਕੰਮ ਕਰਦਾ ਨਾ, ਉਹਦੇ ਕੋਲ ਏਦਾਂ ਕਰਕੇ ਇੱਕ ਪੱਖਾ ਹੁੰਦਾ ਜਿਹਦੇ ਨਾਲ ਉਹ ਅੱਗ ਦੇ ਵਿੱਚ ਅੱਗ ਨੂੰ ਹਵਾ ਦਿੰਦਾ ਤੇ ਉਹ ਬਾਰ-ਬਾਰ ਮਾਰਦਾ ਤੇ ਉਹਦੀ ਜਿਹੜੀ ਛਾਤੀ ਸੀ ਇਹ ਪੱਖੇ ਵਾਂਗ ਹੋ ਗਈ ਸੀ, ਜਿਹਨੂੰ ਆਪਾਂ ਕਹਿੰਦੇ ਆ ਬਲੈਕਸਮਿਥਸ ਬੈਲੋਜ਼।
ਜਿਹੜੀ ਦਿਲ ਦੀ ਧੜਕਨ ਸੀ ਉਹ ਇੰਨੀ ਜ਼ਿਆਦਾ ਹੋ ਗਈ ਸੀ, ਐਵੇਂ ਲੱਗ ਰਿਹਾ ਸੀ ਹਥੌੜੇ ਵੱਜ ਰਹੇ ਨੇ, ਲੱਤਾਂ ਉਹਦੀਆਂ ਸਾਥ ਨਹੀਂ ਦੇ ਰਹੀਆਂ ਸੀ, ਬਸ ਏਦਾਂ ਲੱਗਣ ਵਾਲਿਆ ਸੀ ਵੀ ਪ੍ਰੈਸ਼ਰ ਨਾਲ ਸਟ੍ਰੈਸ ਨਾਲ ਉਹਨੂੰ ਸਟ੍ਰੇਨ ਹੋ ਜਾਣਾ, ਉਹਨੂੰ ਮਰ ਜਾਣਾ, ਉਹਨੂੰ ਝਟਕਾ ਜਿਹਾ ਲੱਗਣਾ। ਪਰ ਹਾਲਾਂਕਿ ਉਹਨੂੰ ਮਰਨ ਦਾ ਦੁੱਖ ਸੀ ਵੀ ਮੈਂ ਮਰ ਜਾਵਾਂਗਾ, ਡਰ ਲੱਗ ਰਿਹਾ ਸੀ, ਪਰ ਉਹ ਰੁਕ ਨਹੀਂ ਸਕਦਾ ਸੀ, ਸਾਰੀ ਆਪਣੀ ਤਾਕਤ ਇਕੱਠੀ ਕੀਤੀ, ਚੱਲਣ ਲੱਗ ਪਿਆ। ਤੇ ਜਦੋਂ ਹਿਰਲੌਕ ਦੇ ਕੋਲੇ ਪਹੁੰਚਿਆ ਤੇ ਉਹਨੂੰ ਦਿਖ ਰਿਹਾ ਸੀ ਵੀ ਜਿਹੜੇ ਲੋਕ ਉੱਤੇ ਖੜੇ ਨੇ ਉਹਨੂੰ ਵੇਵ ਕਰ ਰਹੇ ਨੇ, ਹੱਥ ਲਾ ਰਹੇ ਨੇ ਵੀ ਛੇਤੀ ਕਰ, ਆ ਜਾ ਆ ਜਾ ਆ ਜਾ। ਉਹਨੇ ਸੂਰਜ ਵੱਲ ਦੇਖਿਆ, ਉਹ ਡੁੱਬਣ ਵਾਲਾ ਸੀ, ਬਸ ਪਹੁੰਚਣ ਹੀ ਵਾਲਾ ਸੀ ਡੁੱਬਣ ਵਾਲੀ ਥਾਂ ਤੇ। ਉਹਨੇ ਸਾਰੀ ਆਪਣੀ ਸਟਰੈਂਥ ਇਕੱਠੀ ਕੀਤੀ, ਤਾਕਤ ਇਕੱਠੀ ਕੀਤੀ, ਉੱਤੇ ਚਲਾ ਗਿਆ, ਲੰਬੀ ਜੀ ਸਾਹ ਲੈ ਕੇ ਉੱਤੇ ਚੜ ਗਿਆ। ਉੱਥੇ ਅਜੇ ਵੀ ਰੋਸ਼ਨੀ ਸੀ ਤੇ ਜਦ ਉੱਤੇ ਪਹੁੰਚੇ ਉਹਨੂੰ ਟੋਪੀ ਦਿਖਾਈ ਦਿੱਤੀ, ਪਹਿਲਾਂ ਹੀ ਗਿਰ ਗਿਆ, ਟੋਪੀ ਤੱਕ ਉਹਦਾ ਹੱਥ ਗਿਆ। ਤੇ ਜਿਹੜਾ ਮੁਖੀਆ ਸੀ ਉਹ ਹੱਸਣ ਲੱਗ ਗਿਆ, ਉਹਨੂੰ ਇਹ ਲੱਗ ਰਿਹਾ ਸੀ ਮੇਰੇ ਕੋਲ ਤਾਂ ਮੇਰੀਆਂ ਲੱਤਾਂ ਹੀ ਨਹੀਂ ਹੈਗੀਆਂ। ਟੋਪੀ ਤੱਕ ਪਹੁੰਚ ਗਿਆ ਤੇ ਜਿਹੜਾ ਮੁਖੀਆ ਸੀ ਉਹ ਕਹਿੰਦਾ ਵਾਹ, ਤੂੰ ਜ਼ਿਆਦਾ ਜਿਹੜਾ ਲੈਂਡ ਹੈਗਾ ਉਹ ਹਾਸਲ ਕਰ ਲਿਆ, ਇੰਨਾ ਜ਼ਿਆਦਾ ਘੁੰਮ ਫਿਰ ਕੇ ਫੇਰ ਵੀ ਤੂੰ ਮਤਲਬ ਆਪਣੇ ਨਾਮ ਕਰ ਲਿਆ। ਪਖੌਮ ਦਾ ਜਿਹੜਾ ਸਾਥੀ ਨਾਲ ਆਇਆ ਸੀ, ਜਿਹੜਾ ਉਹਦਾ ਨੌਕਰ ਸੀ, ਉਹ ਭੱਜਿਆ ਉਹਦੇ ਕੋਲ ਗਿਆ, ਉਹਨੂੰ ਚੱਕਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਜ਼ਮੀਨ ਤੇ ਡਿੱਗ ਗਿਆ ਸੀ, ਪਰ ਉਹਦੇ ਮੂੰਹ ਚੋਂ ਖੂਨ ਨਿਕਲ ਰਿਹਾ ਸੀ ਤੇ ਪਖੌਮ ਉੱਥੇ ਪਹੁੰਚ ਕੇ ਟੋਪੀ ਤੱਕ ਮਰ ਚੁੱਕਿਆ ਸੀ। ਜਿਹੜੇ ਬਖਸ਼ੀਰ ਸੀ ਉਹਨਾਂ ਨੇ ਆਪਣੀ ਜੀਭ ਜਿਹੜੀ ਹੈਗੀ ਹੈ ਦੰਦਾਂ ਵਿੱਚ ਦਬਾਈ ਵੀ, ਹਾਏ ਹਾਏ ਕੀ ਹੋ ਗਿਆ, ਮਤਲਬ ਬੰਦਾ ਮਰ ਗਿਆ ਇੰਨਾ ਨਾਮ ਕਰਕੇ ਆਪਣੀ ਜ਼ਮੀਨ। ਤੇ ਜਿਹੜਾ ਸਰਵੈਂਟ ਸੀ, ਨੌਕਰ ਸੀ, ਉਹਨੇ ਫਟਾਫਟ ਉਹਦੀ ਇੱਕ ਕਹੀ ਜਿਹੜੀ ਸੀ ਚੱਕੀ ਤੇ ਉਹਦੇ ਲਈ ਇੱਕ ਗ੍ਰੇਵ ਯਾਨੀ ਜਿਹਦੇ ਵਿੱਚ ਉਹਦੀ ਬੋਡੀ ਪਾਣੀ ਸੀ, ਉਹ 6 ਫੀਟ ਦੀ ਇੱਕ ਕਬਰ ਦੀ ਥਾਂ ਉਹਦੀ ਪੱਟ ਲਈ ਤੇ ਉੱਥੇ ਉਹਨੂੰ ਦਫਨਾ ਦਿੱਤਾ ਗਿਆ, ਜਿੱਥੇ ਤੱਕ ਉਹਦਾ ਸਿਰ ਤੇ ਪੈਰ ਆ ਸਕਦੇ ਸੀ। ਕਹਿਣ ਦਾ ਮਤਲਬ ਉਹਨੇ ਇੰਨਾ ਏਰੀਆ ਕਵਰ ਕੀਤਾ, ਆਪਣੇ ਨਾਮ ਕੀਤਾ, ਪਰ ਲੋੜ ਉਹਨੂੰ ਅਖੀਰਕਾਰ ਇੰਨੇ ਜਿਹੇ ਹਿੱਸੇ ਦੀ ਸੀ। ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਵੇਗਾ। ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵੀ ਕਰਿਓ ਤੇ ਮੈਨੂੰ ਦੱਸਿਓ ਵੀ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਸ ਚੈਪਟਰ ਤੋਂ। ਆਪਾਂ ਫੇਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।